हाँ जी, सत श्री अकाल जी साਰਿਆਂ ਨੂੰ। ਮੇਰਾ ਨਾਮ ਧਰਮਪਾਲ ਸਿੰਘ, ਹਿਸਾਬ ਮਾਸਟਰ ਗਵਰਨਮੈਂਟ ਹਾਈ ਸਕੂਲ ਪਤਾਰਾ ਵਿਖੇ ਜੌਬ ਕਰ ਰਿਹਾ ਹਾਂ। ਵਿਦਿਆਰਥੀਓ, ਅੱਜ ਅਸੀਂ ਆਪਣੀ ਜਿਹੜੀ ਲੈਕਚਰਸ ਦੀ ਲੜੀ ਦੇ ਵਿੱਚ ਕਲਾਸ 9ਵੀਂ ਦਾ 7ਵਾਂ ਅਧਿਆਏ ਤ੍ਰਿਭੁਜਾਂ ਜਾਂ ਟ੍ਰਾਇੰਗਲਾਂ ਨੂੰ ਜਿਹੜਾ ਡਿਸਕਸ ਕਰਾਂਗੇ। ਵਿਦਿਆਰਥੀਓ, ਸਭ ਤੋਂ ਪਹਿਲਾਂ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਜੋ ਟ੍ਰਾਇੰਗਲਸ ਤੇ ਤ੍ਰਿਭੁਜਾਂ ਵਾਲਾ ਚੈਪਟਰ ਹੈ ਜਾਂ ਤ੍ਰਿਭੁਜਾਂ ਵਾਲਾ ਚੈਪਟਰ ਹੈ, ਇਸ ਚੈਪਟਰ ਦੇ ਵਿੱਚ ਅਸੀਂ ਬੇਸਿਕਲੀ त्रिभुजां दे बारे जानकारी लवांगे कि त्रिभुजां असल दे विच हुंदियां की ने। ठीक है जी। उस तो बाद त्रिभुजां दे बारे उन्हां दियां कुछ खास गल्लां, उन्हां दियां कुछ खास प्रॉपर्टी, उन्हां दे गुणां दे बारे जानकारी हासिल करांगे। फिर असीं त्रिभुजां दे विच अते वख-वख आकृतियां दे विच जिहड़ी सर्वंग समता है उस दा जिक्र करांगे। सर्वंग समता हुंदी की है, इस चीज दा जिक्र करांगे ते एक दो उदाहरणां दे नाल इस टॉपिक नूं जो है त्रिभुजां दी सर्वंग समता नूं समझण दी कोशिश करांगे ते इह भी वेखांगे कि इह सर्वंग समता सानू किवें हल करदी है साडे सवालां दे विच। ठीक है विद्यार्थियों, चलो स्टार्ट करदे हां। त्रिभुजां यानी कि ट्रायंगल्स। सो प्यारे विद्यार्थियों, जेकर त्रिभुजां दा नाम आंदा है तो सब तो पहले मैं की करदा, एक त्रिभुज जिहड़ी हैगी आ इत्थे बना लेना A B C। इहदे विच मैं सब तो पहले आप जी नूं इह दसना चाहुंदा कि बई त्रिभुज जिहड़ी हैगी आ त्रिभुज यानी कि एक तीन भुजावां वाली जिहड़ी आकृति है उहनूं त्रिभुज कहंदे हन। पर तीन भुजावां तां इहदियां भी हो सकदियां हन, 1 2 3 आ तीन भुजावां है। की ये त्रिभुज है? नहीं, ये त्रिभुज नहीं है। इस करके की होएगा कि तीन भुजावां वाली बंद आकृति नूं जिहड़ा बंद आकृति, खुली आकृति है, ये बंद आकृति नूं जिहड़ा हैगा असीं त्रिभुज कहांगे। इहदे विच इस दे किहड़े-किहड़े पैरामीटर हुंदे हन, इस दे किहड़ियां-किहड़ियां किहड़े-किहड़े इहदे अंग हुंदे हन। सब तो पहले जी ये पहला पार्ट है, जिहदा पहला हिस्सा है अदियां भुजावां। पहली भुजा ए बी है, दूसरी भुजा बी सी है ते तीसरी भुजा जिहड़ी है वो ए सी साडे कोल दित्ती हुई है। ठीक है जी। हुण इहदे नाल-नाल सानू ये भी पता होना चाहिए कि इहदे तीन कोण हुंदे हन। ये अंदरूनी कोण हुंदे हन किसी भी त्रिभुज दे, कोण ए, कोण बी ते कोण सी। ये जिहड़ियां कोण आपां इहदे विच एक बारी लिख लेने आ। इहदियां पहलो भुजावां ए बी BC ਅਤੇ CA ਜਿਹੜੀਆਂ ਇਹਦੀਆਂ ਹਨ, ਇਹਦੀਆਂ ਤਿੰਨ ਭੁਜਾਵਾਂ ਹਨ। ਠੀਕ ਹੈ ਜੀ। ਉਸ ਤੋਂ ਬਾਅਦ ਜੇਕਰ ਅਸੀਂ ਕੋਣ A, ਕੋਣ B ਅਤੇ ਕੋਣ C ਦੀ ਗੱਲ ਕਰੀਏ ਤਾਂ ਇਹ ਇਹਦੇ ਤਿੰਨ ਅੰਦਰੂਨੀ ਕੋਣ ਹਨ। ਠੀਕ ਹੈ ਜੀ। ਸੋ ਇਹ 6 ਚੀਜ਼ਾਂ ਜਿਹੜੀਆਂ ਹੈਗੀਆਂ ਮਿਲ ਕੇ ਇੱਕ त्रिभुज ਦਾ ਨਿਰਮਾਣ ਕਰਦੀਆਂ ਹਨ ਤੇ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਇਸ त्रिभुज ਦੇ ਜਿਹੜੇ 6 ਹਿੱਸੇ ਹੁੰਦੇ ਹਨ, ਤਿੰਨ ਉਹਦੇ ਕੋਣ ਤੇ ਤਿੰਨ ਉਹਦੀਆਂ ਭੁਜਾਵਾਂ ਜਿਹੜੇ ਸਾਡੇ ਕੋਲ ਸਭ ਤੋਂ ਇਹਦੇ ਅਭਿੰਨ ਅੰਗ ਹਨ, ਜਿਹੜੇ ਕਿ ਇਹਨਾਂ ਤੋਂ ਇਹਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਠੀਕ ਹੈ। ਸੋ ਵਿਦਿਆਰਥੀਓ, ਹੁਣ ਅਸੀਂ ਗੱਲ ਕਰਦੇ ਹਾਂ त्रिभुजां ਦੀ ਸਰਵੰਗ ਪਹਿਲਾਂ ਆਪਾਂ ਗੱਲ ਕਰਾਂਗੇ ਸਰਵੰਗ ਸਮਤਾ ਦੀ। त्रिभुजां ਦੀ ਸਰਵੰਗ ਸਮਤਾ ਦੀ ਬਾਅਦ ਚ ਗੱਲ ਕਰਾਂਗੇ। ਵਿਦਿਆਰਥੀਓ, ਸਰਵੰਗ ਸਮਤਾ ਕੀ ਹੁੰਦੀ ਹੈ? ਠੀਕ ਹੈ ਜੀ। ਇਹ त्रिभुजां ਹੋ ਗਈਆਂ, ਇਹਨਾਂ ਨੂੰ ਹਲੇ ਆਪਾਂ ਇਰੇਜ਼ ਕਰ ਦਿੰਦੇ ਆ, ਇੱਥੋਂ ਮਿਟਾ ਦਿੰਦੇ ਆ। त्रिभुजां ਤੋਂ ਬਾਅਦ ਅਸੀਂ ਗੱਲ ਕਰਾਂਗੇ ਜੀ ਇਹਨਾਂ ਦੀ ਕੋਈ ਵੀ ਸਾਡੇ ਕੋਲ ਵਸਤੂਆਂ ਦਿੱਤੀਆਂ ਹੁੰਦੀਆਂ ਹਨ ਜੀ, ਉਹਨਾਂ ਦੀ ਸਰਵੰਗ ਸਮਤਾ ਦੀ ਗੱਲ ਕਰਦੇ ਹਾਂ। ਕਿਵੇਂ? ਮੰਨ ਲਓ ਮੇਰੇ ਕੋਲ ਮੇਰੀ ਹੀ ਇੱਕ ਤਸਵੀਰ ਹੈ ਜਿਸ ਦੀਆਂ ਦੋ ਕਾਪੀਆਂ ਮੈਂ ਕਢਵਾਈਆਂ ਹੋਈਆਂ। ਆਮ ਤੌਰ ਤੇ ਪਾਸਪੋਰਟ ਸਾਈਜ਼ ਤੁਸੀਂ ਫੋਟੋਆਂ ਕਰਵਾਉਂਦੇ ਹੋ। ਠੀਕ ਹੈ ਜੀ। ਤੇ ਜਿਹੜੀਆਂ ਤੁਹਾਡੀਆਂ 8 ਜਾਂ 4 ਤੁਸੀਂ ਫੋਟੋਆਂ ਪਾਸਪੋਰਟ ਸਾਈਜ਼ ਕਰਵਾਈਆਂ ਹੈ, ਉਹ ਸਾਰੀਆਂ ਫੋਟੋਆਂ ਇੱਕੋ ਹੀ ਪੋਜ਼ ਦੀਆਂ ਨੇ। ਇਸ ਦਾ ਮਤਲਬ ਹੈ ਇੱਕੋ ਹੀ ਆਕਾਰ ਤੇ ਇੱਕੋ ਤਰ੍ਹਾਂ ਦੀਆਂ ਜਿਹੜੀਆਂ ਫੋਟੋਆਂ ਤੁਹਾਡੀਆਂ ਹੈਗੀਆਂ, ਉਹ ਸਾਰੀਆਂ ਫੋਟੋਆਂ ਜਿਹੜੀਆਂ ਆਪਸ ਦੇ ਵਿੱਚ ਕੀ ਹਨ? ਸਰਵੰਗਸਮ ਹਨ। ਸੋ ਸਰਵੰਗਸਮਤਾ ਦੀ ਗੱਲ ਇਹ ਹੁੰਦੀ ਹੈ ਕਿ ਜਦੋਂ ਵੀ ਇੱਕ ਚੀਜ਼ ਨੂੰ ਦੂਸਰੀ ਚੀਜ਼ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਰੱਖਿਆ ਜਾ ਸਕੇ ਤਾਂ ਉਹਨੂੰ ਅਸੀਂ ਸਰਵੰਗਸਮ ਕਹਿੰਦੇ ਹਾਂ। ਠੀਕ ਹੈ ਜੀ। ਇਸ ਦਾ ਕਦੇ ਇਹ ਮਤਲਬ ਨਹੀਂ ਕਿ ਮੇਰਾ ਆਹ ਵਾਲਾ ਹੱਥ ਇਸ ਹੱਥ ਦੇ ਸਰਵੰਗਸਮ ਹੈ, ਬਿਲਕੁਲ ਨਹੀਂ ਹੈ ਜੀ। ਠੀਕ ਹੈ ਜੀ। ਇਹ ਸਿਰਫ ਮੈਂ ਆਪ ਜੀ ਨੂੰ ਇੱਕ ਉਦਾਹਰਨ ਦੇ ਤੌਰ ਤੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਠੀਕ ਹੈ। ਹੋਰ ਸਰਵੰਗਸਮ ਕੀ ਹੋ ਸਕਦਾ ਹੈ? ਮੈਂ ਆਪ ਜੀ ਨੂੰ ਇੱਕ ਉਦਾਹਰਨ ਦਿੰਦਾ। ਰੋਜ਼ਾਨਾ ਜੀਵਨ ਦੇ ਵਿੱਚ ਅਸੀਂ ਸਿੱਕਿਆਂ ਦਾ ਇਸਤੇਮਾਲ ਕਰਦੇ ਹਾਂ ਜਾਂ ਨੋਟਾਂ ਦਾ ਇਸਤੇਮਾਲ ਵੀ ਕਰਦੇ ਹਾਂ। ਅਸੀਂ ਦੇਖਦੇ ਹਾਂ ਕਿ ਜੇਕਰ 2 ਦੇ ਸਿੱਕੇ ਜਾਂ 1 ਦੇ ਸਿੱਕੇ ਹਨ, ਉਹ ਬਿਲਕੁਲ ਇੱਕ ਦੂਸਰੇ ਦੇ ਉੱਪਰ ਇਸ ਢੰਗ ਨਾਲ ਆ ਸਕਦੇ ਹਨ ਤੇ ਇਸ ਢੰਗ ਨਾਲ ਜੇਕਰ ਉਹ ਇੱਕ ਦੂਸਰੇ ਦੇ ਉੱਪਰ ਆਉਂਦੇ ਹਨ, ਠੀਕ ਹੈ ਜੀ, ਦੇਖੋ ਹਰ ਪਾਸਿਓਂ ਇੱਕ ਦੂਜੇ ਨੂੰ ਕਵਰ ਕਰ ਰਹੇ ਹਨ। ਇਸ ਦਾ ਮਤਲਬ ਇਹ ਦੋ ਸਿੱਕੇ ਜੋ ਹੈ ਇਹ ਵੀ ਆਪਸ ਦੇ ਵਿੱਚ ਕੀ ਹਨ? ਸਰਵੰਗਸਮ ਹਨ। ਠੀਕ ਹੈ। ਸੋ ਵਿਦਿਆਰਥੀਓ, ਸਰਵੰਗਸਮਤਾ ਦੀ ਆਪਾਂ ਮੋਟੇ ਤੌਰ ਦੇ ਉੱਤੇ ਤਾਂ ਗੱਲ ਸਮਝ ਗਏ ਹਾਂ। ਚਲੋ ਆਓ ਆਪਾਂ ਇਸ ਦੀਆਂ ਕੁਝ ਆਕ੍ਰਿਤੀਆਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰੀਏ ਕਿ ਕੀ ਮੈਂ ਇਸ ਚੀਜ਼ ਨੂੰ ਸਮਝਾ ਪਾ ਰਿਹਾ ਤੁਹਾਨੂੰ ਜਾਂ ਤੁਸੀਂ ਸਮਝ ਪਾ ਰਹੇ ਹੋ ਕਿ ਨਹੀਂ। ਮੈਂ ਇੱਕ ਪਹਿਲੀ ਆਕ੍ਰਿਤੀ ਬਣਾਉਣਾ ਇੱਕ ਵਰਗ ਦੀ। देखो ज्योमेट्री ਨੂੰ मैं बोर्ड ਦੇ ਉੱਤੇ ਦਰਸਾ ਰਿਹਾ ਹਾਂ, ਇਸ ਕਰਕੇ ਛੋਟੀਆਂ ਮੋਟੀਆਂ ਗਲਤੀਆਂ ਨੂੰ ਆਪਾਂ ਥੋੜਾ ਇਰੇਜ਼ ਕਰੀਏ। ਲਾਈਨ ਟੇਢੀ ਹੋ ਗਈ, ਛੋਟੇ ਵੱਡੇ ਹੋ ਗਏ ਜਾਂ ਵਰਗ ਨਹੀਂ ਬਣਿਆ, ਮੈਂ ਕਹਿ ਰਿਹਾ ਹਾਂ ਕਿ ਇੱਕ ਵਰਗ ਹੈ ਤਾਂ ਆਪ ਜੀ ਇਸ ਨੂੰ ਇੱਕ ਵਰਗ ਮੰਨ ਕੇ ਹੀ ਚੱਲਣਾ। ਠੀਕ ਹੈ ਜੀ। ਇੱਕ ਮੈਂ ਇਸ ਤੋਂ
दूसरा वर्ग ले लेना, ठीक है, ये मेरी दूसरी आकृति होगी, ठीक है। एक मैं कितना एक होर वर्ग ले लिया, ये मेरी तीसरी आकृति होगी, ठीक है जी। ते एक मैं होर वर्ग लिया, ये मेरी चौथी आकृति होगी, ठीक है जी। हुण ये चार वखरियां वखरियां आकृतियां ਜਿਹੜੀਆਂ मैं इत्थे वर्ग ਦੀਆਂ ਬਣਾਈਆਂ ਹਨ, ਇਹਨਾਂ ਬਾਰੇ ਆਪਾਂ ਗੱਲ ਕਰੀਏ ਕਿ ਕੀ ਇਹ ਆਪਸ ਦੇ ਵਿੱਚ ਸਰਬੰਗਸਮ ਹੋ ਸਕਦੀਆਂ ਹਨ ਕਿ ਨਹੀਂ ਹੋ ਸਕਦੀਆਂ। ਪਹਿਲੀ ਗੱਲ, ਜੇਕਰ ਮੈਂ ਇਸ ਵਰਗ ਨੂੰ ਚੱਕ ਕੇ ਕਿਸੇ ਢੰਗ ਨਾਲ, ਵੈਸੇ ਤਾਂ ਵਰਗ ਨਹੀਂ ਚੱਕਿਆ ਜਾ ਸਕਦਾ, ਲੇਕਿਨ ਆਪਾਂ ਇੱਕ ਥਿਓਰੈਟੀਕਲ ਕਨਸੈਪਟ ਲੈ ਕੇ ਚੱਲਦੇ ਹਾਂ ਕਿ ਕਾਲਪਨਿਕ ਕਨਸੈਪਟ ਲੈ ਕੇ ਚੱਲਦੇ ਹਾਂ ਕਿ ਜੇਕਰ ਮੈਂ ਇਸ ਵਰਗ ਨੂੰ ਚੱਕ ਕੇ ਇਹਦੇ ਉੱਤੇ ਰੱਖ ਲਵਾਂ ਤਾਂ ਕੀ ਇਹ ਜਿਹੜਾ ਹੈਗਾ ਇਹਦਾ ਉਲਟ ਹਿੱਸਾ ਕਰੀਏ ਤਾਂ ਕੀ ਇਹ ਇੱਕ ਦੂਜੇ ਨੂੰ ਕੱਲਾ ਇਹ ਤਾਂ ਇਹਨੂੰ ਪੂਰਾ ਕਵਰ ਕਰ ਦੇਗਾ, ਲੇਕਿਨ ਕੀ ਇਹ ਵੀ ਇਹਨੂੰ ਕਵਰ ਕਰ ਪਾਏਗਾ ਤਾਂ ਨਹੀਂ। ਦੇਖੋ ਇਹਨੂੰ ਭਾਈ ਚੱਕਾਂਗੇ ਇਹਦੇ ਉੱਤੇ ਰੱਖਾਂਗੇ ਤਾਂ ਇਹ ਲਗਭਗ ਕੁਝ ਇਸ ਢੰਗ ਦਾ ਹੋਏਗਾ ਤੇ ਆਹ ਹਿੱਸਾ ਜਿਹੜਾ ਹੈਗਾ ਉੱਪਰਲਾ ਬਚ ਜਾਏਗਾ। ਇਹਦਾ ਮਤਲਬ ਇਹ ਸਰਬੰਗਸਮ ਨਹੀਂ ਹੈ। ਇਹਦਾ ਮਤਲਬ ਫਿਰ ਇਹਨੂੰ ਇਹਦੇ ਨਾਲ ਕਰਕੇ ਦੇਖੋ, ਜਦੋਂ ਤੁਸੀਂ ਇਸ ਹਿੱਸੇ ਨੂੰ ਇਹਦੇ ਉੱਤੇ ਰੱਖੋਗੇ ਤਾਂ ਇਹ ਵੀ ਲਗਭਗ ਇੰਨਾ ਹਿੱਸਾ ਜਿਹੜਾ ਹੈਗਾ ਇਹਦਾ ਕਵਰ ਕਰ ਪਾਏਗਾ। ਇਹਦਾ ਮਤਲਬ ਆਹ ਹਿੱਸਾ ਬਚ ਗਿਆ ਤੇ ਇਹ ਵੀ ਇਹਦਾ ਸਰਬੰਗਸਮ ਨਹੀਂ ਹੈ। ਇਸ ਹੀ ਢੰਗ ਨਾਲ ਵਿਦਿਆਰਥੀਓ ਅਸੀਂ ਇਹ ਛੋਟੇ ਜਿਹੇ ਵਰਗ ਨੂੰ ਇਹਦੇ ਉੱਤੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਦੇਖ ਰਹੇ ਹਾਂ ਕਿ ਇਹ ਵੀ ਇਹਨੂੰ ਪੂਰੀ ਤਰ੍ਹਾਂ ਨਹੀਂ ਢੱਕ ਰਿਹਾ ਹੈ। तो इस करके ये भी की है, ये भी जो है आपस दे विच इन्हां चारां दे विचों कोई भी दो वर्ग, तीन वर्ग या चारों वर्ग आपस दे विच सर्वंगसम बिल्कुल नहीं है। सर्वंगसमता दे नियम की कहता है कि जेकर दो आकृतियां आपस दे विच सर्वंगसम हन तो एक दूजे नूं पूर्णता रूप विच ढकणगीਆਂ, चाहे ਉਹਨੂੰ ਇੱਕ ਪਾਸੋਂ ਦੇਖਿਆ ਜਾਵੇ ਚਾਹੇ ਦੂਸਰੇ ਪਾਸੋਂ। ਜੇ ਪਹਿਲੀ ਆकृति ਦੂਜੀ ਆकृति, ਜਿਵੇਂ ਹੁਣ ਤੁਸੀਂ ਕਹੋਗੇ ਕਿ ਸਰ ਇਸ ਆकृति ਨੂੰ ਇਹਦੇ ਉੱਤੇ ਰੱਖੋ ਤਾਂ ਇਹਦਾ ਇਹਨੂੰ ਪੂਰਾ ਢੱਕ ਦੇਗੀ, ਕੀ ਇਹ ਸਰਬੰਗਸਮ ਹਨ? नहीं। क्यों? क्योंकि ये आकृति तेनू पूरी तरह ढक देगी, लेकिन जेकर इस आकृति ਨੂੰ ਇਹਦੇ ਉੱਤੇ ਰੱਖਾਂਗੇ ਤਾਂ ਇਹ ਇਹਨੂੰ ਪੂਰੀ ਤਰ੍ਹਾਂ ਨਹੀਂ ਢਕੇਗੀ, ਠੀਕ ਹੈ ਜੀ। ਸੋ ਇਸ ਦਾ ਇਹਦਾ ਮਤਲਬ ਇਹ ਹੋਇਆ ਕਿ ਇਹ ਆਪਸ ਦੇ ਵਿੱਚ ਸਰਬੰਗਸਮ ਨਹੀਂ ਹਨ, ਠੀਕ ਹੈ। ਚਲੋ ਹੁਣ ਅਸੀਂ ਗੱਲ ਕਰਦੇ ਹਾਂ ਤ੍ਰਿਭੁਜਾਂ ਦੇ ਵਿੱਚ ਸਰਬੰਗਸਮਤਾ ਦੀ ਗੱਲ ਕਰਦੇ ਹਾਂ ਕਿ ਕੀ ਤ੍ਰਿਭੁਜਾਂ ਦੇ ਵਿੱਚ ਅਸੀਂ ਸਰਬੰਗਸਮਤਾ ਜਿਹੜੀ ਹੈਗੀ ਉਹ ਪਤਾ ਕਰ ਸਕਦੇ ਹਾਂ ਕਿ ਨਹੀਂ। ਜੇ ਪਤਾ ਕਰ ਸਕਦੇ ਹਾਂ ਤਾਂ ਕਿਵੇਂ ਪਤਾ ਕਰ ਸਕਦੇ ਹਾਂ, ਠੀਕ ਹੈ। ਇਹਦੇ ਵਾਸਤੇ ਕੀ ਕਰਾਂਗਾ, ਮੈਂ ਆਪ ਜੀ ਨੂੰ ਕਹਿਣਾ ਕਿ ਇੱਕ ਤੁਸੀਂ ਪੇਪਰ ਪੈਨ ਲਓ ਜਾਂ ਸੀਜ਼ਰ ਵਗੈਰਾ ਲੈ ਲਓ ਕੋਈ, ਤੇ ਤੁਸੀਂ ਕੀ ਕਰੋ, ਤਿੰਨ ਤ੍ਰਿਭੁਜਾਂ ਜਿਹੜੀਆਂ ਹੈਗੀਆਂ ਆ ਕੱਟਣ ਦੀ ਕੋਸ਼ਿਸ਼ ਕਰੋ, ਠੀਕ ਹੈ ਜੀ। ਤਿੰਨ ਤ੍ਰਿਭੁਜਾਂ ਕੱਟੀਆਂ ਤੁਸੀਂ, ਮੈਂ ਆਪ ਜੀ ਨਾਲ ਹੁਣੇ ਡਿਸਕਸ ਕਰਦਾ ਜਿਹੜਾ ਇਸ ਚੀਜ਼ ਨੂੰ ਇੱਕ ਥੋੜੀ ਮੈਂ ਵੱਖਰੇ ਢੰਗ ਨਾਲ, ਠੀਕ ਹੈ ਜੀ। ਮੈਂ ਕੀ ਕੀਤਾ, ਮੈਂ ਪੇਪਰ ਲਿਆ, ਮੈਂ ਪਹਿਲੀ ਤ੍ਰਿਭੁਜ ਜਿਹੜੀ ਹੈਗੀ ਆ ਉਹ ਇਸ ਢੰਗ ਨਾਲ ਕੱਟੀ। ਤੁਸੀਂ ਯਾਦ ਰੱਖੋ ਜੀ, ਇਹ ਪਹਿਲੀ ਤ੍ਰਿਭੁਜ ਮੈਂ ਕੱਟੀ, ਇਹਦੇ ਵਿੱਚ ਮੇਰੀ ਜਿਹੜੀ ਪਹਿਲੀ ਭੁਜਾ ਸੀ ਇਹਨੂੰ ਮੈਂ ਇਸ ਢੰਗ ਨਾਲ ਲਿਖਿਆ, ਉਹ 5 ਸੈਂਟੀਮੀਟਰ 4 ਸੈਂਟੀਮੀਟਰ ਤੇ 4.5 ਸੈਂਟੀਮੀਟਰ। ਮੈਂ ਇੱਥੇ ਲਿਖ ਦਿੰਦਾ ਜੀ, ਇਹ 5 ਸੈਂਟੀਮੀਟਰ, ਇਹ 4 ਸੈਂਟੀਮੀਟਰ, ਇਹ 4.5 ਸੈਂਟੀਮੀਟਰ, A B ਤੇ C, ਇਹ ਮੈਂ ਇਹਦਾ ਨਾਮ ਰੱਖ ਦਿੱਤਾ, ਠੀਕ ਹੈ ਜੀ। ਮੈਂ ਇੱਕ ਹੋਰ ਤ੍ਰਿਭੁਜ ਕੱਟੀ, ਉਹਦੇ ਵਿੱਚ ਵੀ ਦੇਖੋ ਜੀ ਮੈਂ ਕੀ ਕੀਤਾ, ਇਹਨੂੰ ਲਿਆ ਜੀ ਮੈਂ 5 ਸੈਂਟੀਮੀਟਰ, ਇਹਨੂੰ ਲਿਆ ਜੀ ਮੈਂ 4 ਸੈਂਟੀਮੀਟਰ, ਇਹਨੂੰ ਲਿਆ ਜੀ ਮੈਂ 4.5 ਸੈਂਟੀਮੀਟਰ, ਇਹ ਨਾਮ ਦਿੱਤਾ ਜੀ ਮੈਂ PQR, ਠੀਕ ਹੈ ਜੀ। ਇੱਕ ਤ੍ਰਿਭੁਜ ਵਿਦਿਆਰਥੀਓ ਮੈਂ ਹੋਰ ਕੱਟੀ ਆ ਦੇਖੋ, ਇੱਕ ਤ੍ਰਿਭੁਜ ਮੈਂ ਹੋਰ ਕੱਟਦਾ ਆ, ਇਹਦੇ ਵਿੱਚ ਮੈਂ 3 4 ਤੇ 5 ਸੈਂਟੀਮੀਟਰ, ਇਹ ਮੈਂ ਜਿਹੜੀ ਇਹਦੀਆਂ ਇਕਾਈਆਂ ਲੈ ਲਈਆਂ, ਠੀਕ ਹੈ ਜੀ। ਇਹ ਤਿੰਨ ਤ੍ਰਿਭੁਜਾਂ ਸੀ, ਇਹਨਾਂ ਦੀ ਕਟਿੰਗ ਕਰ ਲਈ। ਇਹਨਾਂ ਦੀ ਕਟਿੰਗ ਕਰਨ ਤੋਂ ਬਾਅਦ ਮੈਂ ਕੀ ਕੀਤਾ, ਇਹਨਾਂ ਨੂੰ ਆਪਣੇ ਹੱਥ 'ਚ ਪਕੜ ਲਿਆ, ਠੀਕ ਹੈ ਜੀ। ਹੁਣ ਮੈਂ ਕੀ ਕਰਾਂਗਾ, ਸਭ ਤੋਂ ਪਹਿਲਾਂ ਮੈਂ ਛੋਟੀ ਤ੍ਰਿਭੁਜ ਨੂੰ ਇਹਨੂੰ ਚੱਕਣ ਦੀ ਕੋਸ਼ਿਸ਼ ਕਰਾਂਗਾ, ਇਹਨੂੰ ਇਹਦੇ ਉੱਤੇ ਰੱਖਾਂਗਾ ਮੈਂ। ਦੇਖੋ ਵਿਦਿਆਰਥੀਓ, ਆਪਾਂ ਦੇਖ ਰਹੇ ਹਾਂ ਕਿ ਆਹ ਇਹਦੇ ਵਿੱਚ ਪੂਰੇ ਤਰੀਕੇ ਦੇ ਨਾਲ ਨਹੀਂ ਆ ਰਹੀ। ਕਿਉਂ? ਦੇਖੋ ਆਹ ਹੈਗੀ ਹੈ ਛੋਟੀ ਤ੍ਰਿਭੁਜ, ਆਹ ਵੱਡੀ ਤ੍ਰਿਭੁਜ, ਠੀਕ ਹੈ। ਇਹਦਾ ਮਤਲਬ ਆਹ ਇਹਦੇ ਸਰਬੰਗਸਮ ਨਹੀਂ ਹੈ, ਠੀਕ ਹੈ ਜੀ। ਹੁਣ ਮੈਂ ਦੂਸਰੀ ਤ੍ਰਿਭੁਜ ਚੱਕ ਕੇ ਦੇਖਦਾ ਹਾਂ, ਉਹਨੂੰ ਛੋਟੀ ਤ੍ਰਿਭੁਜ ਦੇ ਨਾਲ ਕਰਕੇ ਦੇਖਾਂਗਾ। ਆਹ ਵੇਖੋ ਇਹ ਤ੍ਰਿਭੁਜ, ਇਹਦੇ ਉੱਤੇ ਵੀ ਆਪਾਂ ਦੇਖ ਰਹੇ ਹਾਂ ਇਹ ਪੂਰੇ ਤਰੀਕੇ ਦੇ ਨਾਲ ਇਹਦੇ ਉੱਤੇ ਇਹਨੂੰ ਕਵਰ ਨਹੀਂ ਕਰ ਪਾਏਗੀ। ਇਹਦਾ ਮਤਲਬ ਕੀ ਆ, ਇਹ ਵੀ ਸਰਬੰਗਸਮ ਨਹੀਂ ਹੈ। ਹੁਣ ਇਹ ਛੋਟੀ ਤ੍ਰਿਭੁਜ ਤਾਂ ਦੋਨਾਂ ਦੇ ਨਾਲ ਸਰਬੰਗਸਮ ਨਹੀਂ ਹੈ, ਇਹਨੂੰ ਮੈਂ ਸਾਈਡ ਤੇ ਰੱਖ ਦਿੰਦਾ। ਹੁਣ ਮੈਂ ਲਵਾਂਗਾ ਆਹ ਵਾਲੀਆਂ ਦੋ ਤ੍ਰਿਭੁਜਾਂ, ਇਹਨਾਂ ਦੋ ਤ੍ਰਿਭੁਜਾਂ ਨੂੰ ਮੈਂ ਧਿਆਨ ਰੱਖਾਂਗਾ 4 ਨੂੰ 4 ਦੇ ਬਰਾਬਰ ਤੇ 4.5 ਨੂੰ 4.5 ਦੇ ਬਰਾਬਰ। ਜੇ ਮੈਂ ਰੱਖਾਂ ਤੇ ਆਹ ਦੇਖੋ ਦੋਵੇਂ ਤ੍ਰਿਭੁਜਾਂ ਹੂਬਹੂ ਇੱਕ ਦੂਸਰੇ ਦੇ ਉੱਪਰ ਆ ਗਈਆਂ, ਚਾਹੇ ਇਸ ਪਾਸੋਂ ਦੇਖ ਲਓ ਚਾਹੇ ਇਸ ਪਾਸੋਂ ਦੇਖ ਲਓ, ਠੀਕ ਹੈ ਜੀ। ਇਹ ਦੋਵੇਂ ਪਾਸੋਂ ਇੱਕ ਦੂਜੇ ਨੂੰ ਪੂਰੇ ਤਰੀਕੇ ਦੇ ਨਾਲ ਕਵਰ ਕਰ ਰਹੀ ਹੈ। ਪਹਿਲੀ ਨੂੰ ਉੱਪਰ ਰੱਖ ਲਓ ਜਾਂ ਫਿਰ ਦੂਸਰੀ ਨੂੰ ਉੱਪਰ ਰੱਖ ਲਓ, ਠੀਕ ਹੈ ਜੀ। ਆਹ ਵੇਖੋ ਵਿਦਿਆਰਥੀਓ, ਬਿਲਕੁਲ ਇੱਕ ਦੂਸਰੇ ਦੇ ਉੱਪਰ ਜਿਹੜੀ ਹੈਗੀ ਆ ਉਹ ਆ ਰਹੀ ਹੈ। ਇਹਦਾ ਮਤਲਬ ਇਹ ਹੋਇਆ ਕਿ ਦੋ ਤ੍ਰਿਭੁਜਾਂ ਜਿਹੜੀਆਂ ਹੈਗੀਆਂ ਆ ਜਿਨ੍ਹਾਂ ਦੀਆਂ ਕਿ ਤਿੰਨੋਂ ਭੁਜਾਵਾਂ ਆਪਸ ਵਿੱਚ ਬਰਾਬਰ ਸਨ, ਤਾਂ ਉਹ ਕੀ ਹੋ ਗਈਆਂ, ਸਰਬੰਗਸਮ ਹੋ ਗਈਆਂ। ਵੈਸੇ ਇੱਥੇ ਮੈਂ ਭੁਜਾਵਾਂ ਦੀ ਗੱਲ ਤਾਂ ਚਲੋ ਮੈਂ ਨਹੀਂ ਕਰਦਾ, ਮੈਂ ਨਾਰਮਲ ਗੱਲ ਕਰਦਾ। ਜਿਹੜੀਆਂ ਦੋ ਤ੍ਰਿਭੁਜਾਂ ਨੇ ਇੱਕ ਦੂਜੇ ਨੂੰ ਪੂਰੇ ਤਰੀਕੇ ਦੇ ਨਾਲ ਕਵਰ ਕਰ ਲਿਆ ਸੀਗਾ,
ਉਹ ਦੋ ਤ੍ਰਿਭੁਜਾਂ ਆਪਸ ਦੇ ਵਿੱਚ ਕੀ ਹੋ ਗਈਆਂ ਸੀ? ਸਰਬੰਕਸਮ। ਬਲਕਿ ਤੀਸਰੀ ਤ੍ਰਿਭੁਜ ਇਹਨਾਂ ਦੇ ਸਰਬੰਕਸਮ ਨਹੀਂ ਸੀ। ਠੀਕ ਹੈ। ਸੋ ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਲਿਖਣ ਦਾ ਢੰਗ ਕੀ ਹੋ ਸਕਦਾ ਹੈ। ਠੀਕ ਹੈ ਜੀ, ਲਿਖਣ ਦਾ ਢੰਗ ਇਹ ਬੜੀ ਇੰਪੋਰਟੈਂਟ ਚੀਜ਼ ਹੈ ਤੇ ਬੜੀ ਅੱਛੀ ਚੀਜ਼ ਹੈ ਵਿਦਿਆਰਥੀਓ। ਜੇਕਰ ਮੈਂ ਦੋ ਤ੍ਰਿਭੁਜਾਂ ਨੂੰ ABC, ਸਰਬੰਕਸਮਤਾ ਦਾ ਨਿਸ਼ਾਨ ਆ ਹੁੰਦਾ ਹੈ ਜੀ, ਇਹਨੂੰ ਬੜਾ ਧਿਆਨ ਨਾਲ ਦੇਖਿਓ, ਇਹ ਸਰਬੰਕਸਮਤਾ ਦਾ ਨਿਸ਼ਾਨ ਹੈ। ਜੇਕਰ ਤ੍ਰਿਭੁਜ ABC ਸਰਬੰਕਸਮ ਹੈ त्रिभुज PQR ਦੇ, देखो आ त्रिभुज इस त्रिभुज ਦੇ ਸਰਬੰਕਸਮ ਹੈ, ਇਹ ਮੈਨੂੰ ਕਿਹਾ ਗਿਆ ਹੈ, ਤਾਂ ਮੈਂ ਇਹਦਾ ਕੀ ਨਿਚੋੜ ਕੱਢ ਰਿਹਾ। ਠੀਕ ਹੈ ਜੀ, ਮੈਂ ਇਸ ਚੀਜ਼ ਤੋਂ ਕੀ ਨਿਚੋੜ ਕੱਢ ਰਿਹਾ? ਨਿਚੋੜ ਇਹ ਕੱਢਾਂਗਾ ਕਿ ਸਰਬੰਕਸਮਤਾ ਇਹ ਕਹਿੰਦੀ ਹੈ ਕਿ ਜੇਕਰ ਦੋ ਤ੍ਰਿਭੁਜਾਂ ਆਪਸ ਦੇ ਵਿੱਚ ਸਰਬੰਕਸਮ ਹਨ ਤਾਂ ਉਹਨਾਂ ਦੇ ਜਿਹੜੇ ਸੰਗਤ ਪਾਰਟ ਨੇ, ਸੰਗਤ ਭੁਜਾਵਾਂ ਨੇ, ਉਹ ਆਪਸ 'ਚ ਬਰਾਬਰ ਹੋਣਗੀਆਂ, ਉਹਨਾਂ ਦੇ ਸੰਗਤ ਕੋਣ ਵੀ ਆਪਸ ਦੇ ਵਿੱਚ ਬਰਾਬਰ ਹੋਣਗੇ। ਕਿਵੇਂ? ਜਿਵੇਂ ਦੇਖੋ, ਸਭ ਤੋਂ ਪਹਿਲਾਂ AB ਦਾ ਜ਼ਿਕਰ ਕੀਤਾ ਇੱਥੇ ਜੀ। AB ਇਹਦਾ ਮਤਲਬ ਇਹ ਹੋਇਆ ਕਿ AB ਭੁਜਾ ਬਰਾਬਰ ਹੋਏਗੀ PQ ਭੁਜਾ ਦੇ। ਦੇਖੋ ਪਹਿਲੀ AB ਫਿਰ PQ, ਇਹਦਾ ਮਤਲਬ AB ਭੁਜਾ PQ ਦੇ ਬਰਾਬਰ ਹੋਏਗੀ। ਦੂਸਰੇ ਨੰਬਰ ਦੇ ਵਿੱਚ ਕੀ ਹੈ ਜੀ? BC ਤੇ QR, ਇਹਦਾ ਮਤਲਬ BC ਭੁਜਾ ਜਿਹੜੀ ਹੈਗੀ ਆ ਉਹ QR ਦੇ ਬਰਾਬਰ ਹੋਏਗੀ। ਤੀਸਰੇ ਨੰਬਰ ਦੇ ਵਿੱਚ CA, ਤੀਜੀ ਦੇ ਪਹਿਲੀ, ਇਹ ਬਰਾਬਰ ਹੋਏਗੀ RP ਦੇ ਬਰਾਬਰ ਹੋਏਗੀ। ਇਹ ਤਿੰਨ ਭੁਜਾਵਾਂ ਜਿਹੜੀਆਂ ਹੈਗੀਆਂ ਆ ਆਪਸ ਦੇ ਵਿੱਚ ਕੀ ਹੋਣਗੀਆਂ? ਬਰਾਬਰ ਹੋਣਗੀਆਂ। ਠੀਕ ਹੈ। ਇਸ ਤੋਂ ਬਾਅਦ ਵਿਦਿਆਰਥੀਓ ਅਸੀਂ ਦੇਖਦੇ ਹਾਂ ਕਿ ਇਹਨਾਂ ਦੇ ਹੋਰ ਕੀ ਕੀ ਪਤਾ ਲੱਗਦਾ ਸਾਨੂੰ। ਉਸ ਤੋਂ ਬਾਅਦ ਕੋਣਾਂ ਦੀ ਗੱਲ ਕਰਦੇ ਹਾਂ। ਪਹਿਲਾ ਕੋਣ ਕੀ ਆ? A, ਇਹਦਾ ਮਤਲਬ ਕੋਣ A ਜਿਹੜਾ ਹੈਗਾ ਆ ਉਹ ਬਰਾਬਰ ਹੋਏਗਾ ਕੋਣ P ਦੇ। ਪਹਿਲਾ ਕੋਣ ਪਹਿਲੇ ਦੇ ਬਰਾਬਰ ਹੋਏਗਾ। ਕੋਣ B ਕਿਹਦੇ ਬਰਾਬਰ ਹੋਏਗਾ ਵਿਦਿਆਰਥੀਓ? ਕੋਣ Q ਦੇ। ਠੀਕ ਹੈ ਜੀ। ਤੇ ਤੀਸਰਾ ਹੈ ਕੋਣ C ਬਰਾਬਰ ਹੈ ਕੋਣ R ਦੇ। ਇਹ ਤਿੰਨ ਜਿਹੜੇ ਹੈਗੇ ਕੋਣ ਜਿਹੜੇ ਹੈਗੇ ਇਹ ਆਪਸ ਦੇ ਵਿੱਚ ਬਰਾਬਰ ਹਨ। ਇਸੇ ਤਰੀਕੇ ਦੇ ਨਾਲ ਇੱਧਰ ਦੀਆਂ ਆਪਸ ਦੀਆਂ ਵਿੱਚ ਇਹਨਾਂ ਦੀਆਂ ਭੁਜਾਵਾਂ ਵੀ ਜਿਹੜੀਆਂ ਸੰਗਤ ਭੁਜਾਵਾਂ ਜਿਹੜੀਆਂ ਆਪਸ ਦੇ ਵਿੱਚ ਬਰਾਬਰ ਹੋਣਗੀਆਂ। ਕੁਝ ਵਿਦਿਆਰਥੀ ਕੀ ਕਰਦੇ ਨੇ, ਜਾਂ ਵਿਦਿਆਰਥੀ ਜਾਂ ਕੁਝ ਜਦੋਂ ਆਪਾਂ ਨਵੇਂ ਕੋਈ ਚੀਜ਼ ਸਿੱਖਦੇ ਆ, ਅਸੀਂ ਇਹ ਕਹਿ ਸਕਦੇ ਆ ਕਿ ਆ ਮੈਂ ਚੀਜ਼ ਕਹਿ ਦਿੱਤੀ ਕਿ ਆ ਦੋ ਚੀਜ਼ਾਂ ਨੇ ਜੀ। ਠੀਕ ਹੈ ਜੀ। ਇਹਨਾਂ ਤ੍ਰਿਭੁਜਾਂ ਨੂੰ ਮੈਂ ਇੱਥੇ ਬਣਾ ਵੀ ਲੈਣਾ ਇੱਕ ਵਾਰੀ, ਪਹਿਲਾਂ ਇੱਥੇ ਬਣਾ ਲੈਂਦੇ ਆ ਅਸੀਂ ਤ੍ਰਿਭੁਜਾਂ ਨੂੰ। ਠੀਕ ਹੈ ਜੀ। ਮੰਨ ਲਓ ਆ ਦੋ ਤ੍ਰਿਭੁਜਾਂ ਜੀ, ਧਿਆਨ ਨਾਲ ਦੇਖਣਾ ਵਿਦਿਆਰਥੀਓ। ਇਹ ਹੈਗਾ ਜੀ A B C P Q ਤੇ R। ਇਹ ਦੋ ਤ੍ਰਿਭੁਜਾਂ ਅਸੀਂ ਬਣਾ ਲਈਆਂ ਜੀ। ਇਹਨਾਂ ਦੋ ਤ੍ਰਿਭੁਜਾਂ ਦੇ ਵਿੱਚ ਆ ਹੈਗਾ ਜੀ ਮੰਨ ਲਓ 2 ਸੈਂਟੀਮੀਟਰ, ਆ 3 ਸੈਂਟੀਮੀਟਰ, ਆ 4 ਸੈਂਟੀਮੀਟਰ, ਆ 2 ਸੈਂਟੀਮੀਟਰ, ਆ 3 ਸੈਂਟੀਮੀਟਰ, ਆ 4 ਸੈਂਟੀਮੀਟਰ। ਠੀਕ ਹੈ ਜੀ। ਹੁਣ ਮੈਂ ਇਹ ਕਹਿ ਰਿਹਾ ਤ੍ਰਿਭੁਜ ABC ਬਰਾਬਰ PQR ਦੇ। AB ਬਰਾਬਰ PQ, AB ਕਿੰਨਾ ਜੀ? 2 ਸੈਂਟੀਮੀਟਰ, PQ ਕਿੰਨਾ ਜੀ? 2 ਸੈਂਟੀਮੀਟਰ। BC ਬਰਾਬਰ QR, BC ਕਿੰਨਾ ਜੀ? 4 ਸੈਂਟੀਮੀਟਰ, QR ਕਿੰਨਾ ਜੀ? 4 ਸੈਂਟੀਮੀਟਰ। CA ਬਰਾਬਰ RP, CA ਬਰਾਬਰ 3 ਸੈਂਟੀਮੀਟਰ, RP ਬਰਾਬਰ 3 ਸੈਂਟੀਮੀਟਰ ਜਿਹੜਾ ਹੈਗਾ ਇਹ ਚੀਜ਼ ਹੋਏਗੀ। ਹੁਣ ਕਈ ਵਿਦਿਆਰਥੀ ਕੀ ਕਰ ਸਕਦੇ, ਹੋ ਸਕਦਾ ਕੋਈ ਜਲਦਬਾਜ਼ੀ ਦੇ ਵਿੱਚ ਇਹ ਲਿਖ ਦੇਵੇ ਕਿ ਦੋ ਤ੍ਰਿਭੁਜ ਆਪਸ ਵਿੱਚ ਸੰਬੰਧ, ਉਹ ਕਹਿ ਦੇਵੇ ਕਿ ABC ਤ੍ਰਿਭੁਜ ਸਰਬੰਕਸਮ ਹੈ QRP ਦੇ। ਕੀ ਇਸ ਚੀਜ਼ ਨੂੰ ਇਹ ਲਿਖਿਆ ਜਾ ਸਕਦਾ ਹੈ? ਤਾਂ ਜਵਾਬ ਹੈ ਬਿਲਕੁਲ ਨਹੀਂ ਲਿਖਿਆ ਜਾ ਸਕਦਾ, ਕਿਉਂਕਿ AB QR ਦੇ ਬਰਾਬਰ ਨਹੀਂ ਹੈ। AB ਜਿਹੜਾ ਹੈਗਾ ਆ ਉਹ QR ਦੇ ਬਰਾਬਰ ਨਹੀਂ। ਇਹ AB 2 ਹੈ, QR 4 ਹੈ। ਇਹਦਾ ਮਤਲਬ ਇਹ ਆਪਸ ਦੇ ਵਿੱਚ ਤ੍ਰਿਭੁਜਾਂ ਜਿਹੜੀਆਂ ਹੈਗੀਆਂ ਸਰਬੰਕਸਮ ਨਹੀਂ ਹਨ। ਜਦੋਂ ਵੀ ਸਰਬੰਕਸਮਤਾ ਦਾ ਨਿਯਮ ਲਗਾਉਣਾ ਤੇ ਇਹਦਾ ਲਿਖਣ ਦਾ ਢੰਗ ਜਿਹੜਾ ਹੈਗਾ ਉਹਦੀਆਂ ਸੰਗਤ ਭੁਜਾਵਾਂ ਦੇ ਬਰਾਬਰ ਅਨੁਸਾਰ ਹੀ ਲਿਖਿਆ ਜਾ ਸਕਦਾ ਹੈ, ਨਹੀਂ ਤਾਂ ਇਹ ਚੀਜ਼ ਜਿਹੜੀ ਹੈਗੀ ਉਹ ਟੋਟਲੀ ਗਲਤ ਹੋ ਜਾਏਗੀ। ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਤੇ ਬਰੀਕੀ ਦੇ ਨਾਲ ਸਮਝਣ ਦੀ ਲੋੜ ਹੈ। ਦੇਖੋ ਆਪਾਂ ਜਿਓਮੈਟਰੀ ਦਾ ਕਨਸੈਪਟ ਜਿਹੜਾ ਹੈਗਾ ਉਹ ਛੋਟੀਆਂ ਕਲਾਸਾਂ ਦੇ ਵਿੱਚ ਕਰ ਲੈਂਦੇ ਆ। ਤ੍ਰਿਭੁਜਾਂ ਦਾ ਨਾਮ ਲਿਖਣਾ ਵੀ ਸਿੱਖ ਲੈਂਦੇ ਆ। ABC ਜਾਂ PQR ਕਿਵੇਂ ਲਿਖ ਸਕਦੇ ਹੈਗੇ ਆ। ਆਪਾਂ ਨੂੰ ਕੋਣ ਵੀ ਪਤਾ ਲੱਗ ਜਾਂਦੇ ਆ ਕਿ ਆਹ ਵਾਲਾ ਕੋਣ A ਆ B ਆ ਤੇ ਆ C ਆ। ਠੀਕ ਹੈ, ਹਰ ਚੀਜ਼ ਦੇ ਬਾਰੇ ਪਤਾ ਲੱਗ ਜਾਂਦਾ। ਲੇਕਿਨ ਜਦੋਂ ਕੋਈ ਨਵੀਂ ਚੀਜ਼ ਸਾਹਮਣੇ ਆਉਂਦੀ ਹੈ ਜਾਂ ਇੰਟਰੋਡਿਊਸ ਹੁੰਦੀ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਕਨਸੈਪਟ ਜਿਹੜੇ ਹੈਗੇ ਨੇ, ਜਿਹੜੀ ਉਹਦੀ ਬੁਨਿਆਦ ਹੈ ਉਹ ਬਿਲਕੁਲ ਦਰੁਸਤ ਤੇ ਸਹੀ ਹੋਣੀ ਚਾਹੀਦੀ ਹੈ। ਜੇਕਰ ਅਸੀਂ ਆਹ ਵਾਲੀ ਚੀਜ਼ ਨੂੰ ਇੱਥੇ ਨਹੀਂ ਸਮਝਾਂਗੇ ਤਾਂ ਅੱਗੇ ਜਾ ਕੇ 9th ਕਲਾਸ ਦੇ ਵਿੱਚ 10th ਕਲਾਸ ਦੇ ਵਿੱਚ ਜਾ ਕੇ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਸਾਨੂੰ ਹੋਣਗੀਆਂ। ਇਹ ਵਾਲੀ ਚੀਜ਼ ਜਿਹੜੀ ਹੈਗੀ ਆਪਾਂ ਅੱਗੇ ਵੀ ਦੇਖਾਂਗੇ, ਕੁਐਸਚਨ ਜਦੋਂ ਕਰਾਂਗੇ ਤਾਂ ਉਸ ਟਾਈਮ ਵੀ ਦੇਖਾਂਗੇ ਕਿ ਆਹ ਚੀਜ਼ ਜਿਹੜੀ ਹੈਗੀ ਸਾਡੇ ਵਾਸਤੇ ਕਿੰਨੀ ਇੰਪੋਰਟੈਂਟ ਹੈ, ਕਿ ਆਹ ਅਸਲ ਢੰਗ ਆ ਹੈ ਲਿਖਣ ਦਾ, ਨਾ ਕਿ ਆ ਹੈ। ਠੀਕ ਹੈ ਜੀ। ਇਹਦਾ ਮਤਲਬ ਇਹ ਨਹੀਂ ਹੈ ਕਿ ਆ ਨਹੀਂ ਲਿਖਿਆ ਜਾ ਸਕਦਾ। ਹਾਂ, ਜੇਕਰ AB QR ਦੇ ਬਰਾਬਰ ਹੁੰਦੀ ਤਾਂ ਫਿਰ ਇਹੀ ਲਿਖਿਆ ਜਾਣਾ ਸੀ, ਲੇਕਿਨ ਇਸ ਤ੍ਰਿਭੁਜ ਦੇ ਅਨੁਸਾਰ ਇਹ ਨਹੀਂ ਲਿਖਿਆ ਜਾ ਸਕਦਾ। ਠੀਕ ਹੈ। ਸੋ ਪਿਆਰੇ ਵਿਦਿਆਰਥੀਓ, ਹੁਣ ਤੱਕ ਅਸੀਂ ਕੀ ਕੀਤੀ ਹੈ? ਸਭ ਤੋਂ ਪਹਿਲਾਂ ਅਸੀਂ ਤ੍ਰਿਭੁਜਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਠੀਕ ਹੈ ਜੀ।
दूसरे बाद उस तो बाद ਅਸੀਂ ਇਹਦਾ ਵਰਗਾਂ ਦੇ ਅਨੁਸਾਰ ਕਰਕੇ ਦੇਖਿਆ ਕਿ ਸਰਬੰਗ-ਸਮਤਾ ਕੀ ਹੁੰਦੀ ਹੈ, ਕਿ ਕੋਈ ਚੀਜ਼ ਇੱਕ ਦੂਸਰੇ ਦੇ ਉੱਪਰ ਪ੍ਰੋਪਰਲੀ ਆ ਰਹੀ ਹੈ, ਸਹੀ ਤਰੀਕੇ ਦੇ ਨਾਲ ਆ ਰਹੀ ਹੈ ਕਿ ਨਹੀਂ ਆ ਰਹੀ ਹੈ। ਫਿਰ ਅਸੀਂ ਆਮ ਜ਼ਿੰਦਗੀ ਵਿੱਚ ਸਿੱਕਿਆਂ ਦੀ ਤੇ ਰੁਪਈਆਂ ਦੀ ਜਿਹੜੀ ਉਦਾਹਰਣ ਲਈ ਕਿ ਸਿੱਕੇ ਇੱਕ ਦੂਜੇ ਦੇ ਸਰਬੰਗ-ਸਮ ਹੋ ਸਕਦੇ ਨੇ ਕਿਉਂਕਿ ਇੱਕ ਦੂਜੇ ਨੂੰ ਅੱਗੇ ਪਿੱਛੋਂ ਪੂਰੀ ਤਰ੍ਹਾਂ ਕਵਰ ਕਰਦੇ ਹਨ। ਫਿਰ ਅਸੀਂ ਤ੍ਰਿਭੁਜਾਂ ਦੀ ਸਰਬੰਗ-ਸਮਤਾ ਦੀ ਜਦੋਂ ਗੱਲ ਕੀਤੀ ਤਾਂ ਅਸੀਂ ਇੱਕ ਕਿਰਿਆ ਦੇ ਰਾਹੀਂ ਜਾਣਿਆ ਕਿ ਦੋ ਤ੍ਰਿਭੁਜਾਂ ਜੇਕਰ ਇੱਕ ਦੂਜੇ ਨੂੰ ਪੂਰੇ ਤਰੀਕੇ ਦੇ ਨਾਲ ਅੱਗੇ ਪਿੱਛੋਂ ਕਵਰ ਕਰਦੀਆਂ ਹੋਣ ਤਾਂ ਉਹ ਜਿਹੜੀਆਂ ਹੈਗੀਆਂ ਸਰਬੰਗ-ਸਮ ਹੁੰਦੀਆਂ ਹਨ, ਅਦਰਵਾਈਜ਼ ਹੋਰ ਤ੍ਰਿਭੁਜਾਂ ਸਰਬੰਗ-ਸਮ ਨਹੀਂ ਹੋ ਸਕਦੀਆਂ। ਠੀਕ ਹੈ ਜੀ। ਸੋ ਆਓ ਵਿਦਿਆਰਥੀਓ ਹੁਣ ਇਸ ਚੀਜ਼ ਨੂੰ ਜਿਹੜੀ ਵੀ ਆਪਾਂ ਗੱਲਬਾਤ ਕੀਤੀ ਆ ਇਸ ਗੱਲ ਨੂੰ ਥੋੜਾ ਜਿਹਾ ਹੁਣ ਮੈਥਮੈਟੀਕਲ ਤਰੀਕੇ ਦੇ ਨਾਲ ਸਮਝੀਏ ਤੇ ਇਸ ਨੂੰ ਅੱਗੇ ਕਰਦੇ ਹਾਂ। ਚਲੋ ਹੁਣ ਅਸੀਂ ਵਿਦਿਆਰਥੀਓ ਕਰਾਂਗੇ ਸਰਬੰਗ-ਸਮਤਾ ਦੇ ਹੀ ਨਿਯਮ ਕਰਾਂਗੇ ਅਸੀਂ, ਸਰਬੰਗ-ਸਮਤਾ ਕੀ ਹੁੰਦੀ ਹੈ, ਲੇਕਿਨ ਇਸ ਚੀਜ਼ ਨੂੰ ਜਿਹੜਾ ਹੈਗਾ ਆ ਹੁਣ ਹਿਸਾਬ ਤੇ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਅਸੀਂ ਕਰਾਂਗੇ। ਠੀਕ ਹੈ ਜੀ। ਹੁਣ ਅਸੀਂ ਕਰ ਰਹੇ ਹਾਂ ਜੀ ਤ੍ਰਿਭੁਜਾਂ ਦੀ ਸਰਬੰਗ ਸਮਤਾ ਲਈ ਮਾਪਦੰਡ। ਠੀਕ ਹੈ ਜੀ। ਜਿਹੜੇ ਤ੍ਰਿਭੁਜ ਸਰਬੰਗ ਸਮਤਾ ਦੇ ਜਿਹੜੇ ਮਾਪਦੰਡ ਨੇ ਉਹਦੀ ਅਸੀਂ ਗੱਲ ਕਰਦੇ ਹਾਂ ਕਿ ਇਹ ਕੀ ਚੀਜ਼ ਹੁੰਦੀ ਆ। ਠੀਕ ਹੈ। ਦੇਖੋ ਅਸੀਂ ਵਿਦਿਆਰਥੀਓ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਆਪਾਂ ਹਾਲੇ ਤੱਕ ਸਿਰਫ ਐਕਟੀਵਿਟੀ ਰਾਹੀਂ ਇਹ ਜਾਣਿਆ ਕਿ ਜਿਹੜੀਆਂ ਤ੍ਰਿਭੁਜਾਂ ਦੋ ਇੱਕ ਦੂਜੇ ਦੇ ਉੱਪਰ ਹੁੰਦੀਆਂ ਹਨ ਉਹ ਸਰਬੰਗ-ਸਮ ਹਨ। ਇਸ ਦਾ ਕਦੇ ਮਤਲਬ ਨਹੀਂ ਹੈ ਕਿ ਸਾਨੂੰ ਐਗਜ਼ਾਮ ਦੇ ਵਿੱਚ ਜਾਂ ਸਾਨੂੰ ਕਿਸੇ ਵੀ ਬੰਦੇ ਨੇ ਪੁੱਛਿਆ ਕਿ ਹਾਂਜੀ ਦੱਸੋ ਜੀ ਇਹ ਦੋ ਤ੍ਰਿਭੁਜਾਂ ਬਰਾਬਰ ਹਨ ਕਿ ਨਹੀਂ ਹਨ ਤੇ ਮੈਂ ਸੀਜ਼ਰ ਚੱਕਾਂਗਾ, ਕੈਂਚੀ ਚੱਕਾਂਗਾ, ਉਹਨਾਂ ਨੂੰ ਕੱਟ ਕੇ ਇੱਕ ਦੂਜੇ ਦੇ ਉੱਪਰ ਰੱਖ ਕੇ ਦੇਖਾਂਗਾ, ਮੈਂ ਕਹਾਂਗਾ ਹਾਂਜੀ ਬਰਾਬਰ ਹਨ ਜਾਂ ਨਹੀਂ ਹਨ। ਇਹ ਤਾਂ ਗਲਤ ਤਰੀਕਾ ਹੈ ਨਾ ਜੀ। ਇਹਦਾ ਮਤਲਬ ਕੋਈ ਨਾ ਕੋਈ ਇਹਦਾ ਕੋਈ ਨਾ ਕੋਈ ਮਾਪਦੰਡ ਜ਼ਰੂਰ ਹੋਏਗਾ ਜਿਹਦੇ ਨਾਲ ਉਹਨੂੰ ਬਿਨਾਂ ਕੱਟੇ ਵੀ ਦੱਸਿਆ ਜਾ ਸਕਦਾ ਹੋਵੇ। ਠੀਕ ਹੈ ਜੀ। ਕੱਟ ਕੇ ਰੱਖਣਾ ਤਾਂ ਅਸੀਂ ਕਿਸੇ ਚੀਜ਼ ਨੂੰ ਜਦੋਂ ਬੁਨਿਆਦ ਕਿਸੇ ਚੀਜ਼ ਦੀ ਬੁਨਿਆਦ ਸਮਝਣੀ ਹੋਵੇ ਉਦੋਂ ਸਾਨੂੰ ਲੋੜ ਪੈਂਦੀ ਹੈ, ਅਦਰਵਾਈਜ਼ ਉਹਦਾ ਕੋਈ ਨਾ ਕੋਈ ਮੈਥਮੈਟੀਕਲ ਐਸਪੈਕਟ ਵੀ ਹੋਏਗਾ, ਉਹਦਾ ਕੋਈ ਨਾ ਕੋਈ ਮੈਥਮੈਟੀਕਲ ਯਾਨੀ ਕਿ ਹਿਸਾਬ ਦੇ ਵਿੱਚ ਵੀ ਉਹਦਾ ਕੋਈ ਨਾ ਕੋਈ ਮਾਪਦੰਡ ਦਿੱਤਾ ਹੋਏਗਾ ਜਿਹਦੇ ਅਨੁਸਾਰ ਅਸੀਂ ਇਹ ਦੱਸ ਸਕੀਏ ਕਿ ਕੀ ਉਹ ਜਿਹੜੇ ਸਰਬੰਗ-ਸਮ ਹਨ ਤ੍ਰਿਭੁਜਾਂ ਕਿ ਨਹੀਂ ਹਨ। ਆਓ ਅਸੀਂ ਇਹਨਾਂ ਮਾਪਦੰਡ ਨੂੰ ਮਾਪਣ ਦੀ ਕੋਸ਼ਿਸ਼ ਕਰੀਏ ਕਿ ਕੀ ਹੋ ਸਕਦਾ ਹੈ। ਠੀਕ ਹੈ ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਇੱਕ ਤ੍ਰਿਭੁਜ ਚੱਕਦੇ ਹਾਂ। ਪਹਿਲੇ ਪਾਰਟ ਦੇ ਵਿੱਚ ਇੱਕ ਤ੍ਰਿਭੁਜ ਚੱਕੀ ਜੀ ਮੈਂ ਵੱਖਰੇ ਢੰਗ ਦੀ। ਪਹਿਲੀ ਭੁਜਾ ਉਹਦੀ ਹੈਗੀ ਆ 1.8, ਦੂਜੀ ਹੈਗੀ ਆ 3 ਸੈਂਟੀਮੀਟਰ, ਇਹ ਸੈਂਟੀਮੀਟਰ ਹੀ ਲੈ ਜੀ ਸਾਰੇ, ਇਹ ਹੈਗੀ ਜੀ 2.4 ਸੈਂਟੀਮੀਟਰ। ਦੂਜੀ ਭੁਜਾ ਮੈਂ ਚੱਕਦਾ ਹਾਂ ਕੁਝ ਇਸ ਢੰਗ ਦੀ, ਇਹਦੇ ਵਿੱਚ ਮੈਂ ਲੈਣਾ ਜੀ 3 ਸੈਂਟੀਮੀਟਰ। ਇਹਨਾਂ ਦੋਨਾਂ ਨੂੰ ਕਹਿ ਦਿੰਦਾ ਜੀ ਇਹ ਬਰਾਬਰ ਹਨ, A B C D E F। ਹੁਣ ਮੈਂ ਆਪ ਜੀ ਨੂੰ ਇੱਕ ਗੱਲ ਜਿਹੜੀ ਪਹਿਲਾਂ ਸਮਝਾਈ ਵੀ ਹੈ ਕਿ ਕੀ ਅਸੀਂ ਕਹਿ ਸਕਦੇ ਹਾਂ ਕਿ ਇਹ ਦੋਵੇਂ ਜਿਹੜੀਆਂ ਹੈਗੀਆਂ ਆਪਸ ਦੇ ਵਿੱਚ ਸਰਬੰਗ-ਸਮ ਹਨ। ਅਸੀਂ ਵੈਸੇ ਵੀ ਆਪਾਂ ਕਾਗਜ਼ੀ ਤੌਰ ਤੇ ਦੇਖੀਏ ਕਿ ਆ ਇਹਦੇ ਨਾਲ ਢੁਕਵੀਂ ਨਹੀਂ ਉੱਠਦੀ ਹੈ। ਠੀਕ ਹੈ ਜੀ। ਅਸੀਂ ਨਹੀਂ ਕਹਿ ਸਕਦੇ ਕਿ ਇਹ ਸਰਬੰਗ-ਸਮ ਹਨ। ਠੀਕ ਹੈ। ਇਹ ਚੀਜ਼ ਬਰਾਬਰ ਹੈ ਕਿਉਂ? ਕਿਉਂਕਿ ਜੇ ਆ 3 ਹੈ ਆ 3 ਹੈ, ਅਸੀਂ ਦੇਖ ਰਹੇ ਹਾਂ ਬਾਕੀ ਭੁਜਾਵਾਂ ਦੀ ਜਿਹੜੀ ਉਹ ਮੇਲ ਨਹੀਂ ਖਾ ਰਹੀ। ਠੀਕ ਹੈ। ਇਹ ਬਰਾਬਰ ਹੋਣੇ ਚਾਹੀਦੇ ਨੇ, ਇਹ 'ਚ ਬਰਾਬਰ ਨਹੀਂ ਹਨ। ਇਹਦਾ ਮਤਲਬ ਇਹ ਚੀਜ਼ ਜਿਹੜੀ ਹੈਗੀ ਹੈ ਸਰਬੰਗ-ਸਮ ਨਹੀਂ ਹੋ ਸਕਦੀ। ਠੀਕ ਹੈ ਜੀ। ਇਹਦਾ ਮਤਲਬ ਇਹ ਹੋਇਆ ਕਿ ਜੇਕਰ ਸਾਨੂੰ ਦੋ ਤ੍ਰਿਭੁਜਾਂ ਦੀ ਇੱਕ ਭੁਜਾ ਬਰਾਬਰ ਦਿੱਤੀ ਗਈ ਹੋਵੇ, ਇੱਕ ਭੁਜਾ ਬਰਾਬਰ ਦਿੱਤੀ ਆ ਉਹਨੇ, ਉਹਦੇ ਨਾਲ ਅਸੀਂ ਉਸ ਦੀ ਸਰਬੰਗ-ਸਮਤਾ ਨੂੰ ਜਿਹੜਾ ਹੈਗਾ ਉਹ ਨਹੀਂ ਪਛਾਣ ਸਕਦੇ। ਠੀਕ ਹੈ ਜੀ। ਚਲੋ ਆਓ ਹੁਣ ਅਸੀਂ ਦੂਸਰਾ ਕੇਸ ਕਰਕੇ ਦੇਖਦੇ ਹਾਂ। ਇਸ ਕੇਸ ਦੇ ਵਿੱਚ ਮੈਂ ਕੀ ਕਰਦਾ, ਆਹ ਕੋਣ ਲੈ ਲੈਣਾ 50 ਡਿਗਰੀ ਦਾ ਤੇ ਆ ਜਿਹੜੀ ਆ 3 ਸੈਂਟੀਮੀਟਰ ਦੀ ਭੁਜਾ ਲੈ ਕੇ ਚੱਲਦਾ। ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ। ਇਹ ਹੋ ਗਿਆ ਜੀ A B C। ਦੂਸਰੇ ਦੇ ਵਿੱਚ ਮੈਂ ਕੀ ਕਰਦਾ ਜੀ, ਇਹਨੂੰ ਇੰਨਾ ਕਰ ਰੱਖਿਆ, ਇਹ 50 ਸੈਂਟੀਮੀਟਰ ਹੀ 50 ਡਿਗਰੀ ਹੀ ਹੈ, ਕੋਣ 50 ਡਿਗਰੀ ਹੀ ਹੈ, ਇਹ 3 ਸੈਂਟੀਮੀਟਰ ਦੀ ਲੰਬਾਈ ਹੀ ਹੈ। ਇਹਨੂੰ ਇੱਧਰ ਨੂੰ ਕਰ ਦਿੰਦਾ। ਠੀਕ ਹੈ। ਇਹ ਆ ਗਿਆ D E ਤੇ F। ਹੁਣ ਦੂਸਰੀ ਆਕ੍ਰਿਤੀ ਦੇ ਵਿੱਚ ਦੇਖੋ ਤੁਸੀਂ, BC 3 ਸੈਂਟੀਮੀਟਰ ਹੈ, EF 3 ਸੈਂਟੀਮੀਟਰ ਹੈ, ਯਾਨੀ ਕਿ ਇੱਕ ਭੁਜਾ ਬਰਾਬਰ ਹੋ ਗਈ। ਉਹਨੇ ਕਿਹਾ ਕੋਣ B ਬਰਾਬਰ ਕੋਣ E ਹੈ। ਇਹ ਵੀ ਚੀਜ਼ ਠੀਕ ਹੈ ਜੀ, ਇੱਕ ਕੋਣ ਬਰਾਬਰ ਹੋ ਗਿਆ। ਤੇ ਕਹਿੰਦਾ ਕਿ ਜਦੋਂ ਕਰ ਸਾਨੂੰ ਦੋ ਚੀਜ਼ਾਂ ਦਿੱਤੀਆਂ ਗਈਆਂ, ਇੱਕ ਕੋਣ ਬਰਾਬਰ ਦੇ ਦਿੱਤਾ ਗਿਆ ਤੇ ਇੱਕ ਮੈਨੂੰ ਉਹਦੀ ਭੁਜਾ ਬਰਾਬਰ ਦੇ ਦਿੱਤੀ ਗਈ, ਕਿ ਕੀ ਮੈਂ ਹੁਣ ਸਰਬੰਗ-ਸਮਤਾ ਬਾਰੇ ਕਹਿ ਸਕਦਾ ਕੁਝ ਕਿ ਨਹੀਂ ਕਹਿ ਸਕਦਾ? ਕਹਿੰਦਾ ਬਿਲਕੁਲ ਨਹੀਂ ਕਹਿ ਸਕਦਾ, ਕਿਉਂਕਿ ਜੇ ਸਰਬੰਗ-ਸਮ ਹੁੰਦੇ ਤਾਂ ਮੈਨੂੰ ਵੈਸੇ ਹੀ ਨਜ਼ਰ ਆ ਜਾਣਾ ਸੀਗਾ ਕਿ ਆਹ ਜਿਹੜੀ ਚੀਜ਼ ਦੇ ਉੱਤੇ ਰੱਖੀ ਹੈ ਤਾਂ ਉਹ ਸਰਬੰਗ-ਸਮ ਨਹੀਂ ਬਣਦਾ। ਇਹਦਾ ਮਤਲਬ ਇਹ ਵਾਲਾ ਕੇਸ ਵੀ ਸਾਡੇ ਕੋਲ ਗਲਤ ਹੋ ਗਿਆ। ਠੀਕ ਹੈ। ਆਓ ਵਿਦਿਆਰਥੀਓ ਅਸੀਂ ਤੀਸਰੇ ਕੇਸ ਵੱਲ ਚੱਲਦੇ ਹਾਂ। ਤੀਸਰਾ ਕੇਸ ਜੋ ਹੈ ਉਹਨੂੰ ਮੈਂ ਇੱਥੇ ਕਰਨ ਦੀ ਕੋਸ਼ਿਸ਼ ਕਰਦਾ ਥੋੜਾ ਜਿਹਾ ਦੁਬਾਰਾ। ਆ ਲਓ ਜੀ, ਇੱਥੇ ਪਹਿਲੀ ਬਣਾ ਲਈ ਜੀ A B C। ਇਹਨੂੰ ਫਿਰ ਮੈਂ 3 ਸੈਂਟੀਮੀਟਰ ਹੀ ਰੱਖਾਂਗਾ, ਇਹ 50 ਡਿਗਰੀ ਰੱਖਾਂਗਾ
ਤੇ ਇਹਨੂੰ 2 ਸੈਂਟੀਮੀਟਰ ਕਰ ਦਿੱਤਾ। ਠੀਕ ਹੈ ਜੀ, ਇੱਕ ਭੁਜਾ। ਦੂਸਰੇ ਪਾਸੇ ਵੀ ਸੇਮ ਮੈਂ ਇਹੀ ਚੀਜ਼ ਬਣਾਉਣਾ ਜੀ ਇਸ ਢੰਗ ਦੇ ਨਾਲ ਹੀ। ਇਹ ਹੋ ਗਿਆ ਜੀ ਮੇਰਾ D E ਤੇ F, ਇਹਨੂੰ ਮੈਂ ਜੀ 50 ਡਿਗਰੀ ਹੀ ਲਿਆ। ਇਹ 3 ਸੈਂਟੀਮੀਟਰ ਹੈ ਤੇ ਆ 2 ਸੈਂਟੀਮੀਟਰ। ਠੀਕ ਹੈ, ਹੁਣ ਪਿਆਰੇ ਵਿਦਿਆਰਥੀਓ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਦੱਸਣਾ ਚਾਹੂੰਗਾ। ਦੇਖੋ ਇਸ ਕੇਸ ਦੇ ਵਿੱਚ ਜਦੋਂ ਮੈਨੂੰ ਇਹ ਕਿਹਾ ਗਿਆ ਕਿ ਇੱਕ ਭੁਜਾ ਬਰਾਬਰ ਹੈ, ਬਾਕੀ ਦੋ ਭੁਜਾਵਾਂ ਦੀ ਕੋਈ ਗੱਲ ਨਹੀਂ ਕੀਤੀ, ਮੈਂ ਉਹਨਾਂ ਨੂੰ ਜਿੰਨਾ ਮਰਜ਼ੀ ਵਧਾ ਲਵਾਂ, ਇਹਦਾ ਮਤਲਬ ਇੱਕ ਘੱਟ ਵਧਾਈ ਇੱਕ ਵੱਧ ਵਧਾਈ ਤੇ ਉਹ ਸਰਬੰਸਮ ਹੋ ਹੀ ਨਹੀਂ ਸਕਦੇ। ਦੂਸਰੇ ਕੇਸ ਦੇ ਵਿੱਚ ਜਦੋਂ ਮੈਂ ਇੱਕ ਕੋਣ ਲੈ ਲਿਆ ਤੇ ਇੱਕ ਭੁਜਾ ਲੈ ਲਈ, ਆਹ ਵਾਲੀ ਚੀਜ਼ ਤਾਂ ਇਹਦੀ ਸਥਿਤੀ ਤਾਂ ਨਿਸ਼ਚਿਤ ਹੋ ਗਈ ਜੀ, ਇਹਦੀ ਵੀ ਨਿਸ਼ਚਿਤ ਹੋ ਗਈ ਜੀ, ਆਹੀ ਹੋਏਗੀ। ਠੀਕ ਹੈ, ਲੇਕਿਨ ਆ ਜਿਹੜਾ ਕੋਣ ਸੀ ਇਹ 50 ਡਿਗਰੀ ਹੈ, ਇਹ ਵੀ ਠੀਕ ਹੈ, ਲੇਕਿਨ ਇਹ ਨਹੀਂ ਦੱਸਿਆ ਗਿਆ ਕਿ ਆ 50 ਡਿਗਰੀ ਵਾਲੇ ਕੋਣ ਦੀ ਭੁਜਾ ਜਿਹੜੀ ਹੈਗੀ ਕਿੰਨੀ ਲੰਬੀ ਆ। ਇਹ ਦੇਖੋ ਇੱਥੇ ਮੈਂ ਥੋੜੀ ਲੰਬੀ ਵਾਲੀ, ਇਹ ਤੋਂ ਵੱਡੀ ਲੰਬੀ, ਇੱਕ ਹੋਰ ਡਾਇਗਰਾਮ ਖਿੱਚ ਕੇ ਮੈਂ ਹੋਰ ਲੰਬੀ ਵੀ ਉਹਨੂੰ ਲੈ ਸਕਦਾ ਹਾਂ। ਠੀਕ ਹੈ, ਇਹਦਾ ਮਤਲਬ ਇਹ ਵੀ ਸਰਬੰਸਮਤਾ ਜਿਹੜੀ ਨਹੀਂ ਫੋਲੋ ਕਰ। ਲੇਕਿਨ ਇਸ ਕੇਸ ਦੇ ਵਿੱਚ ਦੇਖੋ ਵਿਦਿਆਰਥੀਓ, ਆ 3 ਵਾਲੇ ਫਿਕਸ ਹੋ ਗਏ, ਆ 2 ਵਾਲਾ ਫਿਕਸ ਹੋ ਗਿਆ। ਠੀਕ ਹੈ ਜੀ, 50 ਡਿਗਰੀ ਫਿਕਸ ਹੋ ਗਿਆ। ਇਹਦਾ ਮਤਲਬ ਇਹ ਹੋਇਆ ਕਿ ਤੀਸਰੀ ਭੁਜਾ ਜਿਹੜੀ ਇਹਨੂੰ ਜੋੜੇਗੀ ਉਹ ਵੀ ਇਹਦੇ ਬਰਾਬਰ ਹੀ ਹੋਏਗੀ। ਇਸ ਦਾ ਮਤਲਬ ਇਹ ਹੋਇਆ ਕਿ ਆਹ ਵਾਲੀਆਂ 2 ਤ੍ਰਿਭੁਜਾਂ ਜਿਹੜੀਆਂ ਹੈਗੀਆਂ ਆ ਆਪਸ ਦੇ ਵਿੱਚ ਕੀ ਨੇ, ਸਰਬੰਸਮ ਹਨ। ਇਸ ਚੀਜ਼ ਨੂੰ ਕਿਵੇਂ ਸਮਝਿਆ ਜਾ ਸਕਦਾ, ਤੁਸੀਂ ਇਸ ਚੀਜ਼ ਨੂੰ ਆਪਣੇ ਲੈਵਲ ਦੇ ਉੱਤੇ ਜਿੰਨੀ ਪ੍ਰੈਕਟਿਸ ਹੋ ਸਕਦੀ ਹੈ ਕਰਕੇ ਦੇਖੋ। ਵੱਖਰੇ ਵੱਖਰੇ ਦੇਖੋ, ਜਦੋਂ ਵੀ ਕਿਸੇ ਕਨਸੈਪਟ ਨੂੰ ਸਮਝਣਾ ਹੋਵੇ ਨਾ, ਉਹਦੇ ਵਿੱਚ ਅਸੀਂ ਕੀ ਕਰਦੇ ਹਾਂ ਵਿਦਿਆਰਥੀਓ, ਅਸੀਂ ਵੱਖ-ਵੱਖ ਤ੍ਰਿਭੁਜਾਂ ਬਣਾਈਏ ਆਪਣੇ ਲੈਵਲ ਤੇ। ਘਰ ਕਾਪੀ ਪੈਨ ਖੋਲ ਲਓ, ਉਹਦੇ ਨਾਲ ਕਾਪੀ ਖੋਲ ਲਓ, ਪੈਨ ਦੇ ਨਾਲ ਡਰਾ ਕਰੀ ਚਲੋ, ਫੁੱਟੇ ਦੇ ਨਾਲ ਮਾਪੀ ਚਲੋ, ਡਰਾ ਕਰੀ ਚਲੋ। ਤੁਸੀਂ ਇਹ ਚੀਜ਼ ਦੇਖੋਗੇ ਜਿੰਨੀ ਵਾਰੀ ਤੁਸੀਂ ਆਹ 2 ਭੁਜਾਵਾਂ ਬਰਾਬਰ ਰੱਖੋਗੇ ਤੇ ਇਹਨਾਂ ਦੇ ਵਿਚਕਾਰਲਾ ਕੋਣ ਬਰਾਬਰ ਰੱਖੋਗੇ, ਉਹ ਸਾਰੀਆਂ ਤ੍ਰਿਭੁਜਾਂ ਆਪਸ ਦੇ ਵਿੱਚ ਸਰਬੰਸਮ ਹੋਣਗੀਆਂ। ਚਾਹੇ ਉਹਨਾਂ ਸਾਰਿਆਂ ਨੂੰ ਤੁਸੀਂ ਕਟਿੰਗ ਕਰਕੇ ਇੱਕ ਦੂਜੇ ਦੇ ਉੱਪਰ ਰੱਖ ਕੇ ਦੇਖ ਲਿਓ, ਉਹ ਸਾਰੀਆਂ ਇੱਕ ਦੂਜੇ ਦੇ ਉੱਪਰ ਪੂਰੀ ਤਰੀਕੇ ਦੇ ਨਾਲ ਆਣਗੀਆਂ। ਇਹਦਾ ਮਤਲਬ ਇਹ ਵਾਲਾ ਕੇਸ ਜਦੋਂ ਹੋਏਗਾ, 2 ਭੁਜਾਵਾਂ ਦੇ ਅੰਤਰਗਤ ਬਣਿਆ ਹੋਇਆ ਕੋਣ ਜਦੋਂ ਬਰਾਬਰ ਹੋਏਗਾ ਤਾਂ ਉਦੋਂ ਉਹ 2 ਤ੍ਰਿਭੁਜਾਂ ਜਿਹੜੀਆਂ ਹੋਣਗੀਆਂ ਆਪਸ ਵਿੱਚ ਕੀ ਹੋਣਗੀਆਂ, ਸਰਬੰਸਮ ਹੋਣਗੀਆਂ। ਜੇ ਇਹ ਵਾਲੇ ਕੇਸ ਹੋਣਗੇ ਤਾਂ ਇਹ ਨਹੀਂ ਹੋਣਗੇ। ਠੀਕ ਹੈ ਵਿਦਿਆਰਥੀ, ਚਲੋ ਇਸ ਚੀਜ਼ ਨੂੰ ਅਸੀਂ ਹੋਰ ਵਧੀਆ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਸਵਾਲ ਦੇ ਜ਼ਰੀਏ। ਇੱਕ ਅਸੀਂ ਸਵਾਲ ਲੈਂਦੇ ਹਾਂ ਇਹਦੇ ਵਿੱਚ ਸਮ ਦੇ ਨਾਲ ਨਾਲ ਅਸੀਂ ਇਸ ਚੀਜ਼ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਇਹ ਵਾਲੀ ਚੀਜ਼ ਜਿਹੜੀ ਹੈਗੀ ਸਾਡੇ ਲਈ ਗਣਿਤ ਦੇ ਵਿੱਚ ਜਾਂ ਕਿਸ ਢੰਗ ਦੇ ਨਾਲ ਇਹ ਸਾਡੇ ਲਈ ਬੈਨੀਫਿਟ ਹੋ ਸਕਦੀ ਹੈ। ਚਲੋ ਵਿਦਿਆਰਥੀਓ ਅਸੀਂ ਸਵਾਲ ਲਿਖਦੇ ਹਾਂ, ਇਹਦੀ ਇੱਕ ਉਦਾਹਰਨ ਵਜੋਂ ਲਿਖਦੇ ਹਾਂ ਪ੍ਰਸ਼ਨ ਲਿਖੋ ਤੁਸੀਂ। ਚਿੱਤਰ ਮੈਂ ਹਲੇ ਬਣਾਉਣਾ ਆ। ਚਿੱਤਰ ਵਿੱਚ OA ਬਰਾਬਰ OB ਅਤੇ OD ਬਰਾਬਰ OC ਹੈ। ਸਿੱਧ ਕਰੋ। ਦੇਖੋ ਅਸੀਂ ਕੀ ਸਿੱਧ ਕਰਨਾ ਚਾਹੁੰਦੇ ਹਾਂ, ਉਹ ਕਹਿੰਦਾ ਸਿੱਧ ਕਰੋ। ਪਹਿਲੀ ਚੀਜ਼ ਸਿੱਧ ਕਰੋ, ਉਹ ਕਹਿ ਰਿਹਾ ਤ੍ਰਿਭੁਜ AOD ਸਰਬੰਸਮ ਹੈ ਤ੍ਰਿਭੁਜ BOC ਦੇ। ਤੇ ਦੂਸਰੀ ਚੀਜ਼ ਉਹ ਸਾਨੂੰ ਸਿੱਧ ਕਰਨ ਲਈ ਕਹਿ ਰਿਹਾ ਹੈ AD ਸਮਾਨੰਤਰ ਹੈ BC ਦੇ। ਠੀਕ ਹੈ ਜੀ, ਬਿਨਾਂ ਚਿੱਤਰ ਦੇ ਇਸ ਚੀਜ਼ ਦਾ ਹਲੇ ਪਤਾ ਨਹੀਂ ਲੱਗਣਾ। ਚਿੱਤਰ ਅਸੀਂ ਦਾ ਬਣਾਉਂਦੇ ਹਾਂ। ਇੱਥੇ 2 ਭੁਜਾਵਾਂ ਹਨ, ਆਹ ਵਾਲੀਆਂ 2 ਭੁਜਾਵਾਂ ਹਨ। ਇਹ 2 ਭੁਜਾਵਾਂ ਇੱਕ ਦੂਜੇ ਨੂੰ ਇਸ ਢੰਗ ਨਾਲ ਜੁੜਦੀਆਂ, ਇਹ ਇਹਦੇ ਨਾਲ ਜੁੜ ਗਈ ਤੇ ਆ ਇਹਦੇ ਨਾਲ। ਠੀਕ ਹੈ ਜੀ, ਇਹਨਾਂ ਦੇ ਨਾਮ ਲਿਖਦੇ ਹਾਂ ਆਪਾਂ A O B C D। ਠੀਕ ਹੈ ਜੀ, ਚਿੱਤਰ ਸਾਨੂੰ ਆਹੀ ਦਿੱਤਾ ਹੋਇਆ ਜੀ। ਹੁਣ ਇਸ ਚਿੱਤਰ ਨੂੰ ਅਸੀਂ ਕਿਸ ਢੰਗ ਦੇ ਨਾਲ ਆਪਣੇ ਮੁਤਾਬਿਕ ਇਹਨੂੰ ਵਧੀਆ ਬਣਾ ਸਕਦੇ ਹਾਂ। ਉਹਨੇ ਕਿਹਾ AO ਬਰਾਬਰ OB, AO ਜਿਹੜਾ OB ਦੇ ਬਰਾਬਰ ਹੈ, ਇੱਥੇ ਇੱਕ ਲਾਈਨ ਲਗਾ ਲਓ, ਇੱਥੇ ਵੀ ਇੱਕ ਲਾਈਨ ਲਗਾ ਲਓ। ਇਹਦਾ ਮਤਲਬ ਹੈ ਆਹ ਵਾਲਾ ਹਿੱਸਾ ਇਹ ਵਾਲੇ ਹਿੱਸੇ ਦੇ ਬਰਾਬਰ ਹੈ। ਫਿਰ ਉਹਨੇ ਕਿਹਾ ਕਿ OD ਬਰਾਬਰ OC ਹੈ, OD ਬਰਾਬਰ OC ਹੈ। ਇੱਧਰ 2 ਲਾਈਨਾਂ ਲਗਾ ਲਓ, ਇੱਧਰ ਵੀ 2 ਲਾਈਨਾਂ ਲਗਾ ਲਓ, ਯਾਨੀ ਕਿ ਆਹ ਵਾਲਾ ਖੰਡ ਇਸ ਖੰਡ ਦੇ ਬਰਾਬਰ ਹੈ। ਤਾਂ ਸਿੱਧ ਅਸੀਂ ਇਹ ਕਰਨਾ ਹੈ ਕਿ AOD BOC ਦੇ ਕੀ ਹੈ, ਸਰਬੰਸਮ ਹੈ। ਤੇ ਸਰਬੰਸਮਤਾ ਦਾ ਜਿਹੜਾ ਅਸੀਂ ਸਵੈ ਸਿੱਧ ਕੀਤਾ ਹੈ, ਇਸ ਤੋਂ ਪਹਿਲਾਂ ਜੋ ਅਸੀਂ ਸਵੈ ਸਿੱਧ ਕੀਤਾ ਹੈ ਉਹ ਕੀ ਕੀਤਾ ਹੈ, ਥੋੜੀ ਦੇਰ ਪਹਿਲਾਂ ਅਸੀਂ ਜਿਹੜੀ ਚੀਜ਼ ਕੀਤੀ ਸੀ ਉਹਦੇ ਵਿੱਚ ਇਹ ਕੀਤੀ ਸੀਗੀ ਕਿ ਜੇਕਰ ਕਿਸੇ 2 ਤ੍ਰਿਭੁਜਾਂ ਦੇ ਵਿੱਚ ਭੁਜਾ ਕੋਣ ਭੁਜਾ ਜਿਹੜੀਆਂ 2 ਤ੍ਰਿਭੁਜਾਂ ਦਿੱਤੀਆਂ ਆ, ਜੇਕਰ ਉਹਨਾਂ ਦੀਆਂ ਸੰਗਤ ਭੁਜਾਵਾਂ ਤੇ ਉਹਨਾਂ ਦੇ ਅੰਤਰਗਤ ਬਣਿਆ ਹੋਇਆ ਕੋਣ ਆਪਸ ਦੇ ਵਿੱਚ ਬਰਾਬਰ ਹੋਏ ਤਾਂ ਉਹ ਦੋਵੇਂ ਆਪਸ ਦੇ ਵਿੱਚ ਕੀ ਹੁੰਦੀਆਂ ਹਨ, ਕੀ ਹੁੰਦੀਆਂ ਵਿਦਿਆਰਥੀਓ, ਸਰਬੰਸਮ ਹੁੰਦੀਆਂ ਹਨ। ਠੀਕ ਹੈ ਜੀ, ਇਹ ਸਵੈ ਸਿੱਧ ਹੈ। ਸਵੈ ਸਿੱਧ ਦਾ ਮਤਲਬ ਇਹ ਹੈ
कि इस रिजल्ट ਨੂੰ ਇਸ ਨਤੀਜੇ ਨੂੰ ਸਾਨੂੰ ਸਿੱਧ ਕਰਨ ਦੀ ਲੋੜ ਨਹੀਂ ਹੈ, ਇਹ ਸਹੀ ਹੈ, ਅਸੀਂ ਇਸ ਚੀਜ਼ ਨੂੰ ਕਿਰਿਆਵਾਂ ਦੇ ਰਾਹੀਂ ਕਰਕੇ ਦੇਖ ਚੁੱਕੇ ਹਾਂ। ਠੀਕ ਹੈ ਜੀ, ਇਸ ਨੂੰ ਸਿੱਧ ਨਹੀਂ ਕੀਤਾ ਜਾਂਦਾ, ਇਸ ਕਰਕੇ ਇਹਨੂੰ ਲਿਖਿਆ ਜਾਂਦਾ ਇਹ ਆਪਣੇ ਆਪ ਦੇ ਵਿੱਚ ਹੀ ਸਿੱਧ ਹੈ, ਇਹਨੂੰ ਸਿੱਧ ਕਰਨ ਦੀ ਲੋੜ ਨਹੀਂ ਹੈ। ਠੀਕ ਹੈ ਜੀ, ਸੋ ਆ ਸਿੱਧ ਕੀ ਸੀਗਾ ਕਿ ਭੁਜਾ ਕੋਣ ਭੁਜਾ ਜੇਕਰ ਹੋ ਜਾਣ, ਸੰਗਤ ਤ੍ਰਿਭੁਜਾਂ ਦੇ ਸੰਗਤ ਭੁਜਾਵਾਂ ਦੇ ਅੰਤਰਗਤ ਬਣਿਆ ਹੋਇਆ ਕੋਣ ਆਪਸ ਦੇ ਵਿੱਚ ਬਰਾਬਰ ਹੋ ਜਾਵੇ ਤਾਂ ਉਹ ਕੀ ਹੁੰਦੇ ਹਨ, ਆਪਸ ਦੇ ਵਿੱਚ ਸਰਬੰਸਮ ਹੁੰਦੇ ਹਨ। ਤੇ ਜੇ ਸਰਬੰਸਮ ਹੈਗੇ ਨੇ ਤਾਂ ਫਿਰ ਉਸ ਤੋਂ ਬਾਅਦ ਆਪਾਂ ਉਹਦੀ ਗੱਲ ਕਰਦੇ ਹਾਂ ਉਸ ਤੋਂ ਅੱਗੇ। ਹੁਣ ਇਸ ਸਵਾਲ ਦੇ ਵਿੱਚ ਉਹਨੇ ਕਿਹਾ ਆ ਕਿ AOD ਤੇ BOC ਇਹ ਦੋ ਤ੍ਰਿਭੁਜਾਂ ਨੇ, ਇਹਨਾਂ ਦੋਨਾਂ ਤ੍ਰਿਭੁਜਾਂ ਨੂੰ ਮੈਂ ਕੀ ਕਰਨਾ ਚਾਹੁੰਦਾ ਹਾਂ, ਮੈਂ ਇਹਨਾਂ ਨੂੰ ਸਰਬੰਸਮ ਕਰਨਾ ਚਾਹੁੰਦਾ ਹਾਂ। ਸਰਬੰਸਮ ਕਰਨ ਵਾਸਤੇ ਜੇਕਰ ਮੈਂ ਇਹ ਤ੍ਰਿਭੁਜ ਨੰਬਰ 1 ਤੇ ਤ੍ਰਿਭੁਜ ਨੰਬਰ 2 ਨੂੰ ਕਿਸੇ ਤਰੀਕੇ ਦੇ ਨਾਲ ਇਹਨਾਂ ਦੋਨਾਂ ਛੋਟੀਆਂ ਤ੍ਰਿਭੁਜਾਂ ਨੂੰ ਜੇ ਮੈਂ ਸਰਬੰਸਮ ਬਣਾਉਣ ਵਿੱਚ ਮਤਲਬ ਠੀਕ ਕਾਬਿਲ ਹੋ ਗਿਆ ਕਿ ਹਾਂ ਵੀ ਇਹਨਾਂ ਨੂੰ ਮੈਂ ਆਪਸ ਵਿੱਚ ਸਰਬੰਸਮ ਕਰ ਦਿੱਤਾ ਤੇ ਮੇਰਾ ਪਹਿਲਾ ਸਵਾਲ ਤੇ ਦੂਜਾ ਸਵਾਲ ਬੜੇ ਆਰਾਮ ਦੇ ਨਾਲ ਹੱਲ ਹੋ ਸਕਦਾ ਹੈ। ਚਲੋ ਆਓ ਅਸੀਂ ਕੋਸ਼ਿਸ਼ ਕਰਦੇ ਹਾਂ ਇਸ ਨੂੰ ਸਰਬੰਸਮ ਬਣਾਉਣ ਦੇ ਵਿੱਚ। ਅਸੀਂ ਲਿਖਦੇ ਹਾਂ ਇਹਦੇ ਉੱਤਰ ਦੇ ਵਿੱਚ OA ਬਰਾਬਰ OB, OD ਬਰਾਬਰ OC। ਇਹਨਾਂ ਦੋਨਾਂ ਕੇਸਿਸ ਦੇ ਵਿੱਚ ਇਹ ਕੀ ਹੈ ਸਾਨੂੰ ਦਿੱਤਾ ਹੈ। ਠੀਕ ਹੈ ਜੀ, ਆ ਤਾਂ ਦਿੱਤਾ ਹੋਇਆ ਉਹਨੇ ਮੈਨੂੰ OA ਬਰਾਬਰ OB ਤੇ OD ਬਰਾਬਰ OC, ਇਹ ਮੈਨੂੰ ਉਹਨੇ ਆ ਦੇਖੋ ਇੱਥੇ ਤੇ ਇੱਥੇ ਆ ਚੀਜ਼ ਤਾਂ ਇਹਨਾਂ ਦੋਨਾਂ ਤ੍ਰਿਭੁਜਾਂ ਦੇ ਵਿੱਚ ਉਹਨੇ ਮੈਨੂੰ ਬਰਾਬਰ ਦੇ ਦਿੱਤੀ। ਲੇਕਿਨ ਮੈਨੂੰ ਸਵੈਸਤ ਕੀ ਕਹਿੰਦਾ ਹੈ, ਸਵੈਸਤ ਕਹਿੰਦਾ ਹੈ ਕਿ ਦੋ ਭੁਜਾਵਾਂ ਤਾਂ ਠੀਕ ਹੈ ਲੇਕਿਨ ਉਹਨਾਂ ਦੇ ਅੰਤਰਗਤ ਬਣਿਆ ਹੋਇਆ ਕੋਣ ਵੀ ਆਪਸ ਵਿੱਚ ਬਰਾਬਰ ਹੁੰਦਾ ਹੈ। ਜੇਕਰ ਮੈਂ ਇਹਨਾਂ ਦੋ ਭੁਜਾਵਾਂ ਦੀ ਗੱਲ ਕਰ ਰਿਹਾ ਵਿਦਿਆਰਥੀਓ ਤੇ ਇਹਨਾਂ ਦੋ ਭੁਜਾਵਾਂ ਦੀ ਗੱਲ ਕਰ ਰਿਹਾ ਤੇ ਇਹਨਾਂ ਦੇ ਅੰਤਰਗਤ ਜਿਹੜਾ ਬਣਿਆ ਕੋਣ ਹੈ ਉਹ ਇਹ ਵਾਲਾ ਹੋਏਗਾ। ਠੀਕ ਹੈ ਜੀ, ਤੇ ਅਸੀਂ ਜਾਣਦੇ ਹਾਂ ਦੋ ਕਾਟਵੀਆਂ ਰੇਖਾਵਾਂ ਤੇ ਸਿਖਰ ਸਨਮੁਖ ਕੋਣ ਹਮੇਸ਼ਾ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ। ਸਵਾਲ ਨੂੰ ਸੌਖਾ ਕਰਨ ਦੇ ਲਈ ਮੈਂ ਇਸ ਨੂੰ ਕੋਣ 1 ਦਾ ਨਾਮ ਦੇ ਦਿੰਦਾ ਹਾਂ, ਇਸ ਨੂੰ ਕੋਣ 2 ਦਾ ਨਾਮ ਦੇ ਦਿੰਦਾ ਹਾਂ। ਇੱਥੇ ਲਿਖ ਰਿਹਾ ਮੈਂ ਕੋਣ 1 ਬਰਾਬਰ ਕੋਣ 2 ਦੇ। ਠੀਕ ਹੈ ਜੀ, ਕਿਉਂ ਨੇ ਸਿਖਰ ਸਨਮੁਖ ਕੋਣ, ਇਹ ਸਿਖਰ ਸਨਮੁਖ ਕੋਣ ਨੇ ਇਸ ਕਰਕੇ ਬਰਾਬਰ ਹੋ ਗਏ ਨੇ। ਇਸ ਤੋਂ ਕੀ ਭਾਵ ਹੋਇਆ, ਇਸ ਤੋਂ ਇਹ ਸਿੱਧ ਹੋਇਆ त्रिभुज AOD ਸਰਬੰਸਮ ਹੈ त्रिभुज BOC ਦੇ। ਇਹ ਦੋ ਜਿਹੜੇ ਹੈਗੇ ਨੇ ਆਪਾਂ ਆਪਸ ਦੇ ਵਿੱਚ ਜਿਹੜੇ ਹੈਗੇ ਸਿੱਧ ਮਤਲਬ ਪ੍ਰੂਫ ਕਰ ਦਿੱਤੇ, ਸਿੱਧ ਕਰ ਦਿੱਤਾ ਕਿ ਇਹ ਆਪਸ ਵਿੱਚ ਸਰਬੰਸਮ ਹਨ। ਕਿਉਂ ਸਰਬੰਸਮ ਹਨ? ਭੁਜਾ ਕੋਣ ਭੁਜਾ, ਭੁਜਾ ਕੋਣ ਭੁਜਾ ਵਾਲਾ ਜਿਹੜਾ ਸਵੈ ਸਿੱਧ ਹੈ ਉਹਨੇ ਮੈਨੂੰ ਇਹ ਕਿਹਾ ਕਿ ਜੇਕਰ ਦੋ ਭੁਜਾਵਾਂ ਤੇ ਉਹਨਾਂ ਦੇ ਅੰਤਰਗਤ ਬਣਿਆ ਹੋਇਆ ਕੋਣ ਆਪਸ ਦੇ ਵਿੱਚ ਬਰਾਬਰ ਹੋ ਜਾਵੇ ਤਾਂ ਉਹ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਸਰਬੰਸਮ ਹੁੰਦੀਆਂ ਹਨ। ਸੋ ਇਹ ਮੇਰਾ ਪਹਿਲਾ ਪਾਰਟ ਜਿਹੜਾ ਹੈਗਾ ਉਹ ਸਿੱਧ ਹੋ ਗਿਆ। ਦੂਸਰੇ ਪਾਰਟ ਦੇ ਵਿੱਚ ਉਹਨੇ ਮੈਨੂੰ ਕਿਹਾ, ਕਹਿੰਦਾ AD ਨੂੰ BC ਦੇ ਸਮਾਨਾਂਤਰ ਬਣਾਓ। ਠੀਕ ਹੈ ਜੀ, ਹੁਣ ਸਵੈ ਸਿੱਧ ਦੀ ਇੱਕ ਜਦੋਂ ਵੀ ਦੋ ਚੀਜ਼ਾਂ ਸਰਬੰਸਮ ਹੋ ਜਾਂਦੀਆਂ ਹਨ, ਆ ਸਰਬੰਸਮ ਹੋ ਗਿਆ ਨਾ, ਸਰਬੰਸਮ ਤ੍ਰਿਭੁਜਾਂ ਦੀਆਂ ਸੰਗਤ ਭੁਜਾਵਾਂ ਅਤੇ ਸੰਗਤ ਕੋਣ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ। ਜੇ ਬਰਾਬਰ ਹੁੰਦੇ ਹਨ ਤभी ਤਾਂ ਉਹ ਇੱਕ ਦੂਸਰੇ ਦੇ ਉੱਪਰ ਪੂਰੇ ਤਰੀਕੇ ਨਾਲ ਇੱਕ ਦੂਜੇ ਨੂੰ ਕਵਰ ਕਰ ਦਿੰਦੇ ਹਨ ਨਾ। ਸੋ ਇਸੇ ਕਰਕੇ ਅਸੀਂ ਇਹ ਵਾਲਾ ਰਿਜ਼ਲਟ ਜਿਹੜਾ ਹੈਗਾ ਇੱਥੇ ਅਪਲਾਈ ਕਰਾਂਗੇ। ਹੁਣ ਆ ਦੋ ਤ੍ਰਿਭੁਜਾਂ ਆ ਗਏ ਵਿਦਿਆਰਥੀਓ ਸਾਡੇ ਕੋਲ। ਮੈਂ ਕੀ ਕੀਤਾ, ਇੱਕ ਛੋਟੀ ਜਿਹੀ ਚਲਾਕੀ ਕਰ ਰਿਹਾ, ਮੈਂ ਇਹਨੂੰ ਕੋਣ B ਤੇ ਇਹ ਕੋਣ ਕੀ ਆ ਮੇਰੇ ਕੋਲ A ਹੈ। ਠੀਕ ਹੈ ਜੀ, ਕੋਣ B ਅਤੇ ਕੋਣ A ਹੈ। ਮੈਂ ਇੱਥੇ ਤੁਹਾਡੇ ਕੋਲ ਲਿਖ ਰਿਹਾ ਕੋਣ A ਬਰਾਬਰ ਕੋਣ B। ਕੀ ਆਪ ਜੀ ਦੇ ਵਿੱਚੋਂ ਕੋਈ ਮੈਨੂੰ ਇਹ ਚੀਜ਼ ਦੱਸ ਸਕਦਾ ਕਿ ਕੋਣ A ਕੋਣ B ਦੇ ਬਰਾਬਰ ਕਿਉਂ ਹੈ? ਕਿਉਂਕਿ AOD ਸਰਬੰਸਮ ਹੈ BOC ਦੇ। ਇਹਦੇ ਪਹਿਲੇ ਕਿਹੜਾ ਕੋਣ ਹੈ A, ਇਹਦਾ ਪਹਿਲਾ ਇਕੱਲਾ ਕੋਣ ਹੈ B, ਇਹਦਾ ਮਤਲਬ ਕੋਣ A ਬਰਾਬਰ ਕੋਣ B ਦੇ ਹੋਏਗਾ। ਤੇ ਕਾਰਨ ਕੀ ਇੱਥੇ ਲਿਖਿਆ ਜਾਏਗਾ? ਕਾਰਨ ਲਿਖਿਆ ਜਾਏਗਾ ਸਰਬੰਸਮ त्रिभुजां दे संगत कोण। अंग्रेजी भाषा लिखते हैं CPCT। CPCT ਨੂੰ ਬੋਲਦੇ ਆ corresponding parts of congruent triangle, corresponding parts of congruent triangle। ਜਾਂ ਫਿਰ ਇਹਦੇ ਵਿੱਚ ਕੋਣ ਲਿਖੇ ਨੇ ਤੇ ਮੈਂ ਲਿਖਦਾ ਸਰਬੰਸਮ ਤ੍ਰਿਭੁਜਾਂ ਦੇ ਸੰਗਤ ਕੋਣ ਜਿਹੜੇ ਹੈਗੇ ਨੇ ਉਹ ਇਹ ਹੈਗੇ ਨੇ, ਇਸ ਕਰਕੇ ਆਪਸ ਦੇ ਵਿੱਚ ਬਰਾਬਰ ਹੀ ਹੋਣਗੇ। ਲੇਕਿਨ ਤੁਸੀਂ ਕਹੋਗੇ ਕਿ ਕੋਣ A ਨੂੰ ਕੋਣ B ਦੇ ਬਰਾਬਰ, ਮੈਨੂੰ ਫਾਇਦਾ ਕੀ ਹੈ ਇਸ ਚੀਜ਼ ਦਾ? ਠੀਕ ਹੈ, ਫਾਇਦਾ ਇਹ ਹੈ ਜੇਕਰ ਤੁਸੀਂ ਇਹਨੂੰ ਬੜੇ ਧਿਆਨ ਦੇ ਨਾਲ ਦੇਖੋ ਤਾਂ ਇਹ ਕਿਹੜੇ ਕੋਣ ਬਣਦੇ ਹਨ। ਸੋਚੋ ਕਿਹੜੇ ਕੋਣ ਬਣੇ? ਕੋਣ A ਤੇ ਕੋਣ B। ਆ ਤੇ ਆ ਵਾਲੇ ਕੋਣ ਕਿਹੜੇ ਕੋਣ ਬਣੇ? ਇਹ ਕੋਣ ਬਣਦੇ ਹਨ, ਪਰ ਇਹ ਇਕਾਂਤਰ ਕੋਣ ਹਨ।
ਦੋ ਭੁਜਾਵਾਂ AD ਅਤੇ BC ਨੂੰ ਇਹ ਇੱਕ ਕਾਟਵੀਂ ਰੇਖਾ ਹੈ ਜਿਹੜੀ ਉਹਨੂੰ ਕੱਟਦੀ ਪਈ ਆ A ਅਤੇ B ਜਿਹੜੀ AB ਆ ਇਹਦੀ ਕਾਟਵੀਂ ਰੇਖਾ ਇਹਦਾ ਮਤਲਬ ਕੋਣ A ਤੇ ਕੋਣ B ਜਿਹੜੇ ਹੈਗੇ ਨੇ ਉਹ ਕੀ ਬਣ ਗਏ ਇਕਾਂਤਰ ਕੋਣ ਬਣ ਗਏ ਤੇ ਅਸੀਂ ਇਹ ਚੀਜ਼ ਪਹਿਲਾਂ ਬੜੀ ਚੰਗੀ ਤਰੀਕੇ ਦੇ ਨਾਲ ਪੜ੍ਹੀ ਹੋਈ ਹੈ ਕਿ ਜੇਕਰ ਦੋ ਭੁਜਾਵਾਂ ਨੂੰ ਕੱਟਦੀ ਹੋਈ ਦੋ ਅਲੱਗ-ਅਲੱਗ ਰੇਖਾਵਾਂ ਨੂੰ ਕੱਟਦੀ ਹੋਈ ਇੱਕ ਰੇਖਾ ਕੱਟੇ ਤੇ ਉਹਦੇ ਇਕਾਂਤਰ ਕੋਣ ਆਪਸ ਦੇ ਵਿੱਚ ਬਰਾਬਰ ਹੋ ਜਾਣ ਤਾਂ ਉਹ ਰੇਖਾਵਾਂ ਆਪਸ ਦੇ ਵਿੱਚ ਕੀ ਹੁੰਦੀਆਂ ਨੇ ਸਮਾਨਾਂਤਰ ਹੁੰਦੀਆਂ ਨੇ ਇਹਦਾ ਮਤਲਬ ਇਹ ਹੋਇਆ ਜੇਕਰ ਇਕਾਂਤਰ ਕੋਣ ਬਰਾਬਰ ਹੋ ਗਏ ਨੇ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ AD ਸਮਾਨਾਂਤਰ ਹੈ BC ਦੇ ਜਿਹੜਾ AD ਆ ਉਹ ਕਿਹਦੇ ਸਮਾਨਾਂਤਰ ਹੋ ਜਾਏਗਾ BC ਦੇ ਸਮਾਨਾਂਤਰ ਹੋ ਜਾਏਗਾ ਮੈਂ ਇੱਕ ਵਾਰੀ ਫੇਰ ਇਹ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸਭ ਤੋਂ ਪਹਿਲਾਂ ਉਹਨੇ ਮੈਨੂੰ ਕੀ ਕਿਹਾ ਸੀ त्रिभुज OA बराबर OB एक ਦਿੱਤੇ ਹੋਏ ਚਿੱਤਰ ਦੇ ਵਿੱਚ OA ਬਰਾਬਰ OB ਹੈ OD ਬਰਾਬਰ OC ਹੈ ਆ ਦੋ ਚੀਜ਼ਾਂ ਬਰਾਬਰ ਹੋ ਗਈਆਂ ਸਿੱਧ ਕਰਨ ਲਈ ਉਹਨੇ ਕੀ ਕਿਹਾ ਮੈਨੂੰ ਕਿ ਆ ਦੋ ਤ੍ਰਿਭੁਜਾਂ ਜਿਹੜੀਆਂ ਹੈਗੀਆਂ ਆਪਸ ਦੇ ਵਿੱਚ ਕੀ ਹੋਣੀਆਂ ਚਾਹੀਦੀਆਂ ਸਰਬੰਸਮ ਹੋਣੀਆਂ ਚਾਹੀਦੀਆਂ ਇਹਨੂੰ ਸਰਬੰਸਮ ਕਰਨ ਦੇ ਲਈ ਮੇਰੇ ਕੋਲ ਇੱਕ ਹੀ ਚੀਜ਼ ਸੀ ਉਹ ਕੀ ਸੀ ਸਵੈ ਸਿੱਧ ਜਿਹੜਾ ਮੇਰੇ ਕੋਲ ਹੈ ਮੈਂ ਉਹਦਾ ਇਸਤੇਮਾਲ ਕਰ ਸਕਦਾ ਹਾਂ ਲੇਕਿਨ ਸਵੈ ਸਿੱਧ ਦੇ ਵਿੱਚ ਉਹਨੇ ਮੈਨੂੰ ਕਿਹਾ ਸੀ ਦੋ ਭੁਜਾਵਾਂ ਤੇ ਉਹਨਾਂ ਦੇ ਅੰਤਰਗਤ ਕੋਣ ਬਰਾਬਰ ਹੋਣਾ ਚਾਹੀਦਾ ਹੈ ਇੱਥੇ ਦੋ ਭੁਜਾਵਾਂ ਤਾਂ ਮੇਰੇ ਕੋਲ ਬਰਾਬਰ ਹੋ ਗਈਆਂ ਲੇਕਿਨ ਅੰਤਰਗਤ ਕੋਣ ਦਾ ਕਿਤੇ ਵੀ ਜ਼ਿਕਰ ਨਹੀਂ ਸੀ ਜਦੋਂ ਮੈਂ ਇਸ ਸਵਾਲ ਨੂੰ ਧਿਆਨ ਦੇ ਨਾਲ ਦੇਖਿਆ ਤਾਂ ਜਿਹੜਾ ਅੰਤਰਗਤ ਕੋਣ ਸੀ ਅਸਲ ਦੇ ਵਿੱਚ ਉਹ ਸਿਖਰ ਸਨਮੁਖ ਕੋਣ ਸੀ ਕਿਉਂਕਿ ਕਾਟਵੀਆਂ ਰੇਖਾਂ ਦੇ ਸਿਖਰ ਸਨਮੁਖ ਕੋਣ ਆਪਸ ਵਿੱਚ ਬਰਾਬਰ ਹੁੰਦੇ ਹਨ ਇਸ ਕਰਕੇ ਮੈਂ ਇੱਥੇ ਕੋਣ 1 ਬਰਾਬਰ ਕੋਣ 2 ਲਿਖ ਲਿਆ ਠੀਕ ਹੈ ਜੀ ਹੁਣ ਜਦੋਂ ਮੈਂ ਇਹ ਲਿਖ ਲਿਆ ਇਸ ਤੋਂ ਬਾਅਦ ਕੀ ਹੋ ਗਿਆ A ਤ੍ਰਿਭੁਜ AOD ਤੇ BOC ਆਪਸ ਦੇ ਵਿੱਚ ਕੀ ਬਣ ਗਏ ਸਰਬੰਸਮ ਬਣੇ ਤੇ ਸਰਬੰਸਮ ਤ੍ਰਿਭੁਜਾਂ ਦੇ ਸੰਗਤ ਕੋਣ ਆਪਸ ਵਿੱਚ ਬਰਾਬਰ ਹੁੰਦੇ ਹਨ ਇਸ ਲਈ ਕੋਣ A ਬਰਾਬਰ ਕੋਣ B ਦੇ ਹੋ ਗਿਆ ਤੇ ਜੇ ਕੋਣ A ਬਰਾਬਰ ਕੋਣ B ਦੇ ਆ ਇਹਨੂੰ ਜਦੋਂ ਧਿਆਨ ਨਾਲ ਦੇਖਿਆ ਗਿਆ ਤੇ ਇਹ ਕੀ ਨੇ ਅਸਲ ਦੇ ਵਿੱਚ ਇਹ ਇਕਾਂਤਰ ਕੋਣ ਨੇ ਕਿਉਂਕਿ ਦੇਖੋ ਆਹ ਵਾਲਾ ਕੋਣ ਤੇ ਆਹ ਵਾਲਾ ਕੋਣ ਇਹ ਦੋਵੇਂ ਇਕਾਂਤਰ ਕੋਣ ਨੇ ਜੇ ਇਹ ਦੋ ਇਕਾਂਤਰ ਕੋਣ ਨੇ ਤਾਂ ਇਹਦਾ ਮਤਲਬ AD ਭੁਜਾ BC ਭੁਜਾ ਦੇ ਸਮਾਨਾਂਤਰ ਜਿਹੜੀ ਹੈ ਉਹ ਹੋਏਗੀ ਸੋ ਇਹ ਸਾਡਾ ਸਵਾਲ ਸੀਗਾ ਜਿਹੜਾ ਕਿ ਅਸੀਂ ਪਹਿਲੇ ਸਵੈ ਸਿੱਧ ਜਿਹੜਾ ਹੈਗਾ ਆ ਭੁਜਾ ਕੋਣ ਤੇ ਭੁਜਾ ਦੇ ਨਾਲ ਜਿਹੜਾ ਹੈਗਾ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਵਿਦਿਆਰਥੀਓ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਲੈਕਚਰ ਸਮਝ ਆਇਆ ਹੋਵੇਗਾ ਤੇ ਤੁਸੀਂ ਇਸ ਲੈਕਚਰ ਦੀ ਥੋੜਾ ਹੋਰ ਦੁਹਰਾਈ ਕਰੋ ਜਿਹੜਾ ਇਹ ਤੋਂ ਨੈਕਸਟ ਲੈਕਚਰ ਹੋਏਗਾ ਉਹਦੇ ਵਿੱਚ ਅਸੀਂ ਸਿਰਫ ਸਵਾਲ ਲੈ ਕੇ ਆਵਾਂਗੇ ਤੇ ਉਹਨਾਂ ਸਵਾਲਾਂ ਨੂੰ ਕਿਵੇਂ ਇਸ ਢੰਗ ਦੇ ਨਾਲ ਹੀ ਵਧੀਆ ਤਰੀਕੇ ਦੇ ਨਾਲ ਸਮਝਿਆ ਜਾ ਸਕਦਾ ਹੈ ਤੇ ਕੀਤਾ ਜਾ ਸਕਦਾ ਹੈ ਉਹ ਅਸੀਂ ਨੈਕਸਟ ਲੈਕਚਰ 'ਚ ਦੇਖਾਂਗੇ ਠੀਕ ਹੈ ਵਿਦਿਆਰਥੀਓ